ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਇਮੀਗ੍ਰੇਸ਼ਨ ਪ੍ਰੋਗਰਾਮ, ਜਿਸ ਵਿੱਚ ਅੱਜ ਅਸੀਂ ਤੁਹਾਨੂੰ ਦੇਵਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤਾਜ਼ਾ ਜਾਣਕਾਰੀ। ਕੀ ਨਵੀਆਂ ਅਪਡੇਸ਼ਨਸ ਆਈਆਂ ਨੇ, ਇਮੀਗ੍ਰੇਸ਼ਨ ਦੇ ਖੇਤਰ ਦੇ ਵਿੱਚ ਕੀ ਨਵੇਂ ਬਦਲਾਵ ਆਏ ਨੇ, ਇਸ ਸਭ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ। ਨਾਲ ਹੀ ਜੇਕਰ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤੁਹਾਡਾ ਵੀ ਕੋਈ ਸਵਾਲ ਹੈ, ਸਾਨੂੰ ਹੇਠ ਲਿਖੇ ਨੰਬਰਸ ਦੇ ਉੱਤੇ ਲਾਈਵ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਵੀ ਪੂਰੀ ਕੋਸ਼ਿਸ਼ ਕਰਾਂਗੇ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤਾਜ਼ਾ ਅਪਡੇਟ ਦੇਣ ਲਈ ਜੀ ਸਾਡੇ ਨਾਲ ਜੁੜ ਚੁੱਕੇ ਨੇ ਪੈਂਚੀਆ ਇਮੀਗ੍ਰੇਸ਼ਨ ਤੋਂ ਰਮਨ ਧਾਲੀਵਾਲ। ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਡਾ। Thanks for having me. ਕੀ ਹਾਲ ਚਾਲ ਨੇ ਸਰ ਤੁਹਾਡੇ, ਤੇ ਕੈਲਗਰੀ 'ਚ ਕਿਵੇਂ ਦਾ ਮਾਹੌਲ ਹੈ ਇਸ ਟਾਈਮ? Uh, it's all good right now. We are recovering from that COVID restrictions. Everything is getting back to normal. ਸਾਰਾ ਕੁਝ ਹੌਲੀ-ਹੌਲੀ normal ਹੋ ਰਿਹਾ ਹੈ ਹੂੰ ਤੇ I think hopefully everything will be fine. ਜੀ ਸਰ, ਕੈਨੇਡੀਅਨ ਇਮੀਗ੍ਰੇਸ਼ਨ ਦੀ ਗੱਲ ਕਰੀਏ, ਅਸੀਂ ਦੇਖ ਰਹੇ ਹਾਂ ਕਿ ਅਲੱਗ-ਅਲੱਗ ਇਮੀਗ੍ਰੇਸ਼ਨ ਨੂੰ ਲੈ ਕੇ ਮੁਲਕਾਂ ਦੇ ਵਿੱਚ ਕਾਫੀ ਤਬਦੀਲੀਆਂ ਨਜ਼ਰ ਆ ਰਹੀਆਂ ਨੇ। ਸੋ ਅਜਿਹੇ ਵਿੱਚ ਅਸੀਂ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਵਿੱਚ ਇਸ ਵਕਤ ਇਮੀਗ੍ਰੇਸ਼ਨ ਸਿਸਟਮ ਕਿਵੇਂ ਚੱਲ ਰਿਹਾ? ਕੀ ਅਜੇ ਵੀ ਫਾਈਲਿੰਗ ਪ੍ਰੋਸੈਸਿਸ ਚੱਲ ਰਹੀਆਂ ਨੇ, ਫਾਈਲਾਂ ਦੇ ਪ੍ਰੋਸੈਸ ਹੋ ਰਹੇ ਆ ਜਾਂ ਫਿਰ ਅਜੇ ਸਟਾਪ ਲੱਗ ਚੁੱਕਿਆ? In regards to immigration, a lot of changes ਆਈਆਂ ਨੇ ਤੇ ਆ ਰਹੀਆਂ ਨੇ। ਤੇ ਜਿੱਦਾਂ ਤੁਸੀਂ ਪੁੱਛਿਆ ਕਿ ਪ੍ਰੋਸੈਸਿੰਗ ਕਿੱਦਾਂ ਚੱਲ ਰਹੀ ਆ, ਸੋ ਜਿਹੜੀਆਂ ਪੇਪਰ ਐਪਲੀਕੇਸ਼ਨਸ ਹੈਗੀਆਂ ਨੇ, ਜਿਵੇਂ ਕਿ ਸਪਾਂਸਰਸ਼ਿਪ, ਸਪਾਊਸਲ ਸਪਾਂਸਰਸ਼ਿਪ, ਉਹ ਕਾਫੀ ਸਲੋ ਚੱਲ ਰਹੀਆਂ ਨੇ ਕਿਉਂਕਿ ਮੋਸਟ ਆਫ ਦੀ ਜਿਹੜੇ ਆਫਿਸਿਸ ਨੇ ਉਹ ਫਰੋਮ ਵਰਚੁਅਲੀ ਆਪਰੇਟ ਹੋ ਰਹੇ ਨੇ। ਤੇ ਜਿਹੜੀਆਂ ਆਨਲਾਈਨ ਐਪਲੀਕੇਸ਼ਨਸ ਨੇ, ਸਟੱਡੀ ਪਰਮਿਟ ਹੋ ਗਿਆ, ਵਰਕ ਪਰਮਿਟ ਹੋ ਗਿਆ, ਉਹ ਪ੍ਰੋਸੈਸ ਹੋ ਰਹੀਆਂ ਨੇ ਨਾਰਮਲੀ। ਤੇ ਇਹਦੇ ਵਿੱਚ ਇੱਕ ਪ੍ਰੋਬਲਮ ਆ ਰਹੀ ਸੀਗੀ ਆਨਲਾਈਨ ਐਪਲੀਕੇਸ਼ਨਸ ਦੇ ਵਿੱਚ ਬਾਇਓਮੈਟ੍ਰਿਕਸ ਦੀ, ਜੋ ਵੀ ਕੋਈ, ਕਿਉਂਕਿ ਲਾਸਟ ਫਰੋਮ 1 ਈਅਰ ਬਾਇਓਮੈਟ੍ਰਿਕਸ ਕੰਪਲਸਰੀ ਹੋ ਗਈ ਹੈ। ਇਹ ਬਾਇਓਮੈਟ੍ਰਿਕਸ ਆਫਿਸਿਸ ਜਿਹੜੇ ਵੈਕ ਸੈਂਟਰ ਉਹ ਕਲੋਜ਼ ਹੋਣ ਕਰਕੇ ਜਿਹੜੇ ਐਪਲੀਕੈਂਟਸ ਆ ਉਹ ਬਾਇਓਮੈਟ੍ਰਿਕਸ ਨਹੀਂ ਦੇ ਪਾ ਰਹੇ ਸੀਗੇ, ਫਿੰਗਰਪ੍ਰਿੰਟਸ। ਤੇ ਕੈਨੇਡੀਅਨ ਗਵਰਨਮੈਂਟ ਨੇ ਐਕਸਟੈਂਸ਼ਨ ਦੇ ਰਹੀ ਸੀ 90 ਡੇਜ਼ ਤੋਂ, 90 ਡੇਜ਼ ਦੀ ਐਕਸਟੈਂਸ਼ਨ ਦੇ ਰਹੀ ਸੀ। ਪਹਿਲਾਂ ਇਹ ਨਾਰਮਲੀ ਪੀਰੀਅਡ 30 ਡੇਜ਼ ਹੁੰਦਾ ਸੀਗਾ ਤੇ ਹੁਣ ਇਹ ਵਧਾ ਕੇ 90 ਡੇਜ਼ ਕਰ ਦਿੱਤਾ ਗਿਆ ਸੀਗਾ, ਪਰ ਸਟਿਲ ਆਫਿਸਿਸ ਕਲੋਜ਼ ਸੀਗੇ। ਤੇ ਹੁਣ ਜਿਹੜੇ ਇਨ ਕੈਨੇਡਾ ਐਪਲੀਕੈਂਟਸ ਹੈਗੇ ਨੇ ਉਹਨਾਂ ਲਈ ਕੈਨੇਡੀਅਨ ਗਵਰਨਮੈਂਟ ਨੇ ਐਕਸੈਪਸ਼ਨ ਦੇ ਦਿੱਤੀ ਹੈਗੀ ਆ, ਤੇ ਉਹ ਵਿਦਆਊਟ ਬਾਇਓਮੈਟ੍ਰਿਕਸ ਉਹਨਾਂ ਦੀ ਐਪਲੀਕੇਸ਼ਨ ਪ੍ਰੋਸੀਡ ਹੋਣਗੀਆਂ। ਬਿਲਕੁਲ। ਤੇ ਤੁਸੀਂ ਹੋਰ ਪੁੱਛ ਰਹੇ ਸੀ ਹੋਰ ਕੀ ਅਪਡੇਟਸ ਹੈਗੀਆਂ ਨੇ। ਇੱਕ ਵੈਰੀ ਬਿਗੈਸਟ ਅਪਡੇਟ ਆਈ ਹੈਗੀ ਹੈ ਇਨ ਰਿਗਾਰਡਸ ਟੂ ਰੈਸਟੋਰੇਸ਼ਨ ਆਫ ਸਟੇਟਸ। ਜੇ ਕੋਈ ਵੀ ਟੈਂਪਰੇਰੀ ਰੈਜ਼ੀਡੈਂਟ ਇੱਥੇ ਵਰਕ ਪਰਮਿਟ 'ਤੇ ਕੰਮ ਕਰ ਰਿਹਾ ਸੀਗਾ ਜਾਂ ਵਿਜ਼ਟਰ ਆਇਆ ਹੋਇਆ ਸੀਗਾ, ਉਹ ਆਊਟ ਆਫ ਸਟੇਟਸ ਚਲੇ ਗਏ ਆ, ਤਾਂ ਜੋ ਲਾਅ ਸੀਗਾ ਪਹਿਲਾਂ, ਰੂਲ ਸੀਗਾ, ਉਹ 90 ਡੇਜ਼ ਦਾ ਪੀਰੀਅਡ ਦਿੱਤਾ ਜਾਂਦਾ ਸੀਗਾ ਸਟੇਟਸ ਨੂੰ ਰੀਸਟੋਰ ਕਰਨ ਲਈ। ਉਸ ਤੋਂ ਬਾਅਦ ਉਹ ਅਲਾਉ ਨਹੀਂ ਹੁੰਦਾ ਸੀਗਾ ਸਟੇਟਸ ਰੀਸਟੋਰ ਕਰਨਾ। ਤੇ ਵੈਰੀ ਲੇਟੈਸਟ ਅਪਡੇਟ ਆਈ ਹੈਗੀ ਹੈ ਜੋ ਉਹਦੇ ਵਿੱਚ December 31st 2020 ਤਾਈਂ ਸਟੇਟਸ ਨੂੰ ਰੀਸਟੋਰ ਕੀਤਾ ਜਾ ਸਕਦਾ ਹੈ। ਤੇ ਇਹ ਰਿਕੁਐਸਟ ਹੈ ਮੇਰੀ ਸਾਰਿਆਂ ਨੂੰ, ਇਫ ਐਨੀਬਡੀ ਵੈਂਟ ਆਊਟ ਆਫ ਸਟੇਟਸ, ਪਲੀਜ਼ ਰੀਸਟੋਰ ਦੇਅਰ ਸਟੇਟਸ। ਕੈਨੇਡੀਅਨ ਗਵਰਨਮੈਂਟ ਨੇ ਅਪਰਚੁਨਿਟੀ ਦਿੱਤੀ ਹੈ, ਇਹ ਬਹੁਤ ਵਧੀਆ। ਤੇ ਜੇ ਤੁਸੀਂ ਆਊਟ ਆਫ ਸਟੇਟਸ ਰਹਿੰਦੇ ਹੋ ਦੇ ਇਟ ਕੈਨ ਇੰਪੈਕਟ ਯੂਅਰ ਇਨ ਫਿਊਚਰ ਇਮੀਗ੍ਰੇਸ਼ਨ ਫਾਈਲਸ। ਸਰ, ਮੈਂ ਜਿਵੇਂ ਸਾਰੀਆਂ ਅਪਡੇਸ਼ਨਸ ਦੇ ਬਾਰੇ ਵਿੱਚ ਤਾਂ ਜਾਣਕਾਰੀ ਲਵਾਂਗੀ। ਮੈਂ ਜ਼ਰੂਰ ਚਾਹਾਂਗੀ ਕਿ ਪੈਂਚੀਆ ਇਮੀਗ੍ਰੇਸ਼ਨ ਇਸ ਵਕਤ ਕਿਹੜੀਆਂ-ਕਿਹੜੀਆਂ ਸੇਵਾਵਾਂ ਸਾਨੂੰ ਦੇ ਰਹੇ ਨੇ, ਇਹ ਵੀ ਸਾਨੂੰ ਜ਼ਰੂਰ ਦੱਸ ਦਿਓ ਕਿਉਂਕਿ ਮੇਰੇ ਦਰਸ਼ਕਾਂ ਦੇ ਤੁਸੀਂ ਅੱਜ ਪਹਿਲੀ ਵਾਰ ਰੂਬਰੂ ਹੋ ਰਹੇ ਹੋ। So we do all kind of applications, temporary, permanent। temporary ਦੇ ਵਿੱਚ ਸਟੂਡੈਂਟਸ ਐਪਲੀਕੇਸ਼ਨਸ ਘੱਟ ਕਰਦੇ ਹਾਂ ਕਿਉਂਕਿ ਰਾਈਟ ਨਾਓ ਜਿਹੜਾ ਸਾਡਾ ਆਫਿਸ ਹੈ ਇੰਡੀਆ ਦੇ ਵਿੱਚ ਉਹ ਅੰਡਰ ਕੰਸਟਰਕਸ਼ਨ ਸੀਗਾ, ਓਪਨ ਕਰ ਰਹੇ ਸੀ, ਕੋਵਿਡ ਆਉਣ ਕਰਕੇ ਉਹ ਵਿੱਚ ਹੀ ਰਹਿ ਗਿਆ। ਤੇ ਜਿਵੇਂ ਹੀ ਥੋੜ੍ਹਾ ਉੱਥੇ ਉਹ ਨਾਰਮਲ ਹੁੰਦਾ, ਆਫਿਸ ਓਪਨ ਹੋ ਜਾਂਦਾ, ਦੈਨ we'll start taking student applications also। Right now we are taking work permit applications, sponsorship applications, so I'll say that any kind of immigration application। ਮੈਂ ਇਹ ਵੀ ਨਾਲ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਚਾਹਾਂਗੀ ਕਿਉਂਕਿ ਸਭ ਨੂੰ ਪਤਾ ਹੈ ਕਿ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਆਪਣੇ ਪ੍ਰੋਗਰਾਮ ਦੇ ਵਿੱਚ ਅਸੀਂ ਕੈਨੇਡਾ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਇਮੀਗ੍ਰੇਸ਼ਨ ਕੰਸਲਟੈਂਟ ਨੂੰ ਜੋੜੀਏ ਜੋ ਕਿ ਤੁਹਾਨੂੰ ਸਹੀ ਅਤੇ ਸਟੀਕ ਜਾਣਕਾਰੀ ਦੇ ਸਕਣ। ਸੋ ਅੱਜ ਵੀ ਸਾਡੀ ਇਹੀ ਕੋਸ਼ਿਸ਼ ਹੈ ਕਿ ਤੁਹਾਨੂੰ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਲੇਟੈਸਟ ਅਤੇ ਸਟੀਕ ਜਾਣਕਾਰੀ ਮਿਲ ਸਕੇ। ਇੱਕ ਕਾਲਰ ਸਾਡੇ ਨਾਲ ਪਹਿਲਾਂ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲ ਕਰ ਰਹੀ ਹੈ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਬਰੈਂਪਟਨ ਤੋਂ ਬੋਲ ਰਿਹਾ, ਜੋਬਨ ਮੇਰਾ ਨਾਮ ਹੈ। ਜੀ ਜੋਬਨ ਜੀ, ਕੀ ਪੁੱਛਣਾ ਚਾਹੁੰਦੇ ਹੋ? ਐਜੂਕੇਸ਼ਨ
ਇਮੀਗ੍ਰੇਸ਼ਨ ਦੇ ਬਾਰੇ ਪਤਾ ਕਰਨਾ ਸੀਗਾ। ਜਿਵੇਂ ਮੇਰੇ ਕੋਲ 1 ਸਾਲ ਦਾ ਐਕਸਪੀਰੀਅੰਸ ਹੈਗਾ ਨੌਕਰੀ ਦਾ ਹੂੰ ਤੇ ਓਨਟਾਰੀਓ 'ਚ। ਮੇਰਾ ਵਰਕ ਪਰਮਿਟ ਰਹਿ ਗਿਆ ਆਲਮੋਸਟ 9 ਵੀਕਸ ਦਾ ਹੂੰ ਤੇ ਹੁਣ ਮੈਂ ਪਤਾ ਕਰਨਾ ਸੀ ਜਿਹੜਾ ਐਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਹੈ ਉਹ ਮੇਰੇ ਲਈ ਕਿੰਨਾ ਕਾਰਗਰ ਹੈ, ਜਿਵੇਂ ਮੈਨੂੰ ਇੱਥੇ ਜੋਬ ਓਪਨ ਮਿਲਦੀ ਆ। ਜੀ ਰਮਨ ਜੀ, ਤੁਹਾਨੂੰ ਸਵਾਲ ਸੁਣ ਗਿਆ ਜਾਂ ਮੈਂ ਰਿਪੀਟ ਕਰਾਂ? ਪਲੀਜ਼ ਰਿਪੀਟ ਇਟ। ਐਕਚੁਅਲ 'ਚ ਬਰੈਂਪਟਨ ਤੋਂ ਕਾਲ ਆਈ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ 1 ਸਾਲ ਦਾ ਐਕਸਪੀਰੀਅੰਸ ਹੈ ਨੌਕਰੀ ਜੌਬ ਦੇ ਵਿੱਚ। ਉਹਨਾਂ ਦੇ ਕੋਲ ਓਨਟਾਰੀਓ ਵਿੱਚ ਇਸ ਵਕਤ ਜੌਬ ਕਰ ਰਹੇ ਨੇ ਤੇ 9 ਵੀਕ ਦਾ ਉਹਨਾਂ ਦਾ ਵਰਕ ਪਰਮਿਟ ਰਹਿ ਗਿਆ ਹੈ। ਉਹ ਪੁੱਛਣਾ ਚਾਹੁੰਦੇ ਨੇ ਕਿ ਐਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਕੀ ਉਹਨਾਂ ਦਾ ਕੋਈ ਸਕੋਪ ਹੋ ਸਕਦਾ ਹੈ? ਸੋ 9 ਮੰਥਸ ਇਨ ਰਿਗਾਰਡਸ ਸਰ, ਤੁਸੀਂ ਇਹਨਾਂ ਤੋਂ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਆਪਾਂ ਇਹਨਾਂ ਨੂੰ ਟੀਵੀ ਸਕਰੀਨ ਤੇ ਆਨਸਰ ਦਈਏ? ਦ ਥਿੰਗ ਇਜ਼ ਜੇ ਉਹਨਾਂ ਕੋਲੇ ਕੋਈ ਐਟਲਾਂਟਿਕ ਪ੍ਰੋਵਿੰਸ ਦੀ ਜੌਬ ਆਫਰ ਜੀ ਹੈਗੀ ਆ ਬਿਲਕੁਲ, ਦੈਨ ਆਪਾਂ ਦੇयर ਇਜ਼ ਇਹਨਾਂ ਅ ਦੇ ਕੋਲ ਸਕੋਪ। ਜੀ ਟੀਵੀ ਸਕਰੀਨ ਤੇ ਆਨਸਰ ਦੇ ਸਕਦੇ ਹਾਂ। ਤੁਸੀਂ ਸਰ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕੀਤੀ ਉਹਦੇ ਲਈ ਬਹੁਤ-ਬਹੁਤ ਧੰਨਵਾਦ। ਜੀ ਸਰ। ਜੇ ਇਹਨਾਂ ਕੋਲੇ ਕੋਈ ਐਟਲਾਂਟਿਕ ਪ੍ਰੋਵਿੰਸ ਤੋਂ ਜੌਬ ਆਫਰ ਹੈਗੀ ਆ ਤਾਂ ਇਹਨਾਂ ਦੇ ਲਈ ਕੋਈ ਓਪਰਚੁਨਿਟੀ ਉੱਥੇ ਬਣ ਸਕਦੀ ਹੈ ਪੀਆਰ ਦੀ। ਅਦਰਵਾਈਜ਼ ਇਟਸ ਰੀਅਲੀ ਹਾਰਡ ਐਂਡ ਟੂ ਗਿਵ ਦੀ ਮੋਰ ਇਨ ਡਿਟੇਲ ਆਂਸਰ ਆਈ ਨੀਡ ਟੂ ਚੈੱਕ ਹਿਜ਼ ਪ੍ਰੋਫਾਈਲ ਇਨ ਡਿਟੇਲ, so he can visit our office or call our office so to get the best answer. ਜੀ ਬਿਲਕੁਲ। ਸਰ, ਤੁਸੀਂ ਕਿਹਾ ਸੀ ਕਿ ਸਟੇਟਸ ਰੀਸਟੋਰ ਕਰਵਾਉਣਾ ਇਸ ਵਕਤ ਬਹੁਤ ਜ਼ਰੂਰੀ ਹੈ। ਇੱਦਾਂ ਵੀ ਹੈ ਕਿ ਜਿਵੇਂ ਕਈ ਵਾਰੀ ਕੋਈ ਵਿਜ਼ਟਰ ਵੀਜ਼ਾ ਤੇ ਇੱਥੇ ਆਇਆ ਹੋਇਆ ਤੇ ਉਹਦਾ ਆਲਮੋਸਟ ਟਾਈਮ ਪੀਰੀਅਡ ਜਿਹੜਾ ਪੂਰਾ ਹੋ ਚੁੱਕਿਆ। ਉਹਨਾਂ ਦੇ ਜ਼ਹਿਨ ਦੇ ਵਿੱਚ ਇਹ ਵੀ ਹੈ ਕਿ ਇਸ ਵਕਤ ਫਲਾਈਟਸ ਚੱਲ ਨਹੀਂ ਰਹੀਆਂ। ਜੇ ਆਪਣਾ ਉਹ ਸਟੇਟਸ ਨੂੰ ਰੀਸਟੋਰ ਕਰਵਾਉਂਦੇ ਆ, ਕੱਲ੍ਹ ਨੂੰ ਜਦੋਂ ਦੁਬਾਰਾ ਉਹ ਕੈਨੇਡਾ ਆਉਣਗੇ ਕਿ ਉਹਨਾਂ ਨੂੰ ਆਉਣ ਦੇ ਵਿੱਚ ਕੋਈ ਪਰੇਸ਼ਾਨੀ ਤਾਂ ਨਹੀਂ ਹੋਏਗੀ ਜਾਂ ਇਮੀਗ੍ਰੇਸ਼ਨ ਸੰਬੰਧੀ ਕੋਈ ਸਵਾਲਾਂ ਦਾ ਉਹਨਾਂ ਨੂੰ ਜਵਾਬ ਤਾਂ ਨਹੀਂ ਦੇਣਾ ਪਏਗਾ? No, there is nothing like that. ਜੇ ਤੁਸੀਂ ਇੱਥੇ ਲੀਗਲ ਸਟੇਟਸ ਨਾਲ ਰਹਿੰਦੇ ਹੋ ਯੂ ਗੋਨਾ ਨੈਵਰ ਹੈਵ ਐਨੀ ਟਰਬਲ। ਸੋ ਕੈਨੇਡੀਅਨ ਗਵਰਨਮੈਂਟ ਇਹੀ ਚਾਹੁੰਦੀ ਹੈ ਕਿ ਤੁਸੀਂ ਹਮੇਸ਼ਾ ਇੱਥੇ ਲੀਗਲੀ ਰਹੋ, ਨੈਵਰ ਗੋ ਆਊਟ ਆਫ ਸਟੇਟਸ। ਜੀ ਤੇ ਇਸ ਲਈ ਉਹਨਾਂ ਨੇ ਹੁਣ ਇਹ ਹੈਲਪ ਕੀਤੀ ਹੈ ਕਿ ਕਿਉਂਕਿ ਵੈਰੀ ਨਾਰਮਲ ਨਹੀਂ ਸੀਗਾ ਕੁਛ ਵੀ, ਤੇ ਜਿਹੜੀਆਂ ਸਿਚੁਏਸ਼ਨਸ ਹੈ ਉਹ ਹਾਰਡ ਸੀਗੀਆਂ ਕਿਉਂਕਿ ਲੋਕ ਵਾਪਸ ਜਾਣਾ ਚਾਹ ਰਹੇ ਸੀਗੇ ਤੇ ਡਿਊ ਟੂ ਫਲਾਈਟ ਰਿਸਟ੍ਰਿਕਸ਼ਨਸ ਦੇ ਕਾਰਨ ਉਹ ਆਊਟ ਆਫ ਸਟੇਟਸ ਚਲੇ ਗਏ ਤੇ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਨਹੀਂ ਸੀਗਾ ਕਿ ਹਾਊ ਟੂ ਰੀਸਟੋਰ ਦੇਅਰ ਸਟੇਟਸ, ਕਿ ਉਹਨਾਂ ਨੂੰ ਸਟੇਟਸ ਰੀਸਟੋਰ ਕਰਾਉਣਾ ਚਾਹੀਦਾ ਕਿਉਂਕਿ ਦੇ ਨੋ ਦੈਟ ਕਿ ਕਦੋਂ ਉਹ ਜਾਣਗੇ ਵਾਪਸ। ਦੇ ਵਰ ਥਿੰਕਿੰਗ ਦੈਟ ਦੇ ਗੋਨਾ ਗੋ ਟੁਮਾਰੋ ਔਰ ਡੇ ਆਫਟਰ ਟੁਮਾਰੋ ਬਿਕਾਜ਼ ਦੇ ਵਰ ਚੈਕਿੰਗ ਫॉर ਫਲਾਈਟਸ ਐਵਰੀ ਡੇ। ਤੋ ਇਸ ਦੇ ਵਿੱਚ ਕੀ ਹੋਇਆ ਕਿ ਉਹ ਆਊਟ ਆਫ ਸਟੇਟਸ ਚਲੇ ਗਏ ਤੇ ਜਿਨ੍ਹਾਂ ਨੂੰ ਨੌਲੇਜ ਨਹੀਂ ਸੀਗੀ ਕਿ ਸਟੇਟਸ ਅਸੀਂ ਰੀਸਟੋਰ ਕਰਨਾ ਤੇ ਉਹਨਾਂ ਦਾ ਆਊਟ ਆਫ ਸਟੇਟਸ ਚਲਾ ਗਿਆ ਤੇ ਰਮਨ ਜੀ, ਉਹਨਾਂ ਦੇ ਲਈ ਹੁਣ ਇਹ ਬਹੁਤ ਵਧੀਆ ਰਮਨ ਜੀ, ਮੈਂ ਓਪਰਚੁਨਿਟੀ ਇਹਦੇ ਹੈਗੀ ਬਾਰੇ ਆ। ਵਿੱਚ ਜਾਣਕਾਰੀ ਲਵਾਂਗੀ। ਇੱਕ ਕਾਲਰ ਸਾਡੇ ਨਾਲ ਹੋਰ ਜੁੜ ਚੁੱਕੇ ਨੇ, ਆਪਾਂ ਉਹਨਾਂ ਦਾ ਵੀ ਸਵਾਲ ਲੈ ਲਈਏ। ਹੈਲੋ। ਓਕੇ ਸ਼ੋਰ। ਹੈਲੋ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ? ਮੈਮ, ਮੈਂ ਇੰਡੀਆ ਤੋਂ ਜਲੰਧਰ ਤੋਂ ਬੋਲ ਰਹੀ ਹਾਂ। ਜੀ ਮੈਮ, ਦੱਸੋ ਕੀ ਪੁੱਛਣਾ? ਮੈਮ, ਐਕਚੁਅਲੀ ਮੇਰੀ ਮੈਰਿਜ ਇਸੇ ਸਾਲ ਫੈਬਰਰੀ 'ਚ ਹੋਈ ਸੀਗੀ। ਮੈਮ, ਮੇਰੇ ਹਸਬੈਂਡ ਜਿਹੜੇ ਆ ਉਹ ਕੈਨੇਡਾ ਪੀਆਰ ਹੈਗੇ ਆ। ਜੀ। ਹਾਂਜੀ ਮੈਮ, ਉਹ ਲਾਈਕ ਮੈਂ ਵੈਸੇ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਜੀ। ਮੈਮ, ਮੇਰੇ ਹਸਬੈਂਡ ਮੈਰਿਜ ਰਜਿਸਟਰ ਨੂੰ ਲੈ ਕੇ ਕਾਫੀ ਟਾਲ ਮਟੋਲ ਕਰ ਰਹੇ ਸੀ, ਬਟ ਮੈਰਿਜ ਤੋਂ 1 ਮਹੀਨਾ ਬਾਅਦ ਵਿੱਚ ਹੀ ਲੋਕਡਾਊਨ ਹੋ ਗਿਆ ਸੀ ਜੀ। ਪਰ ਉਸ ਤੋਂ ਬਾਅਦ ਵੀ ਅਸੀਂ ਕਾਫੀ ਉਹਨਾਂ ਨੂੰ ਕਿਹਾ, ਮੈਰਿਜ ਰਜਿਸਟਰ ਦੀ ਗੱਲ ਕਰਦੇ ਸੀ ਤਾਂ ਉਹ ਟਾਲ ਮਟੋਲ ਕਰਦੇ ਸੀਗੇ ਜੀ। ਜੀ। ਹੁਣ ਉਹਨਾਂ ਨੇ ਮੈਰਿਜ ਰਜਿਸਟਰ ਕੀ, ਹੁਣ ਉਹ ਮਤਲਬ ਲਾਈਕ ਮੈਂ ਘਰਦਿਆਂ ਦੀ ਇਕੱਲੀ ਕੁੜੀ ਆ। ਮੇਰਾ ਹੋਰ ਕੋਈ ਬ੍ਰਦਰ ਸਿਸਟਰ ਨਹੀਂ ਹੈ। ਫਾਦਰ ਮਦਰ ਮੇਰੇ ਗਵਰਨਮੈਂਟ ਜੌਬ ਰਿਟਾਇਰਡ ਨੇ ਜੀ, ਬਟ ਉਹ ਲੜਕਾ ਕਾਫੀ ਲਾਲਚੀ ਸੀ ਜੀ। ਠੀਕ ਹੈ, ਉਹਨਾਂ ਨੂੰ ਸੀ ਸਾਰੀ ਪ੍ਰਾਪਰਟੀ ਉਹਨੂੰ ਮਿਲ ਜੂਗੀ ਸਾਡੀ। ਏਦਾਂ ਮੈਮ, ਤੁਸੀਂ ਮੇਰੇ ਨਾਲ ਮੈਰਿਜ ਰਜਿਸਟਰ ਨਹੀਂ ਕਰਾ ਰਹੇ। ਮੈਰਿਜ ਰਜਿਸਟਰ ਨਹੀਂ ਕਰਵਾ ਰਹੇ ਤੁਸੀਂ, ਇਸ ਦੇ ਬਾਰੇ ਵਿੱਚ ਪੁੱਛਣਾ ਕੀ ਚਾਹੁੰਦੇ ਹੋ? ਇਮੀਗ੍ਰੇਸ਼ਨ ਸੰਬੰਧੀ ਤੁਹਾਡਾ ਕੀ ਸਵਾਲ ਹੈ ਇਸ ਦੇ ਬਾਰੇ ਵਿੱਚ? ਮੈਮ, ਹੁਣ ਅਸੀਂ ਕੀ ਕਰ ਸਕਦੇ ਹਾਂ? ਤੁਸੀਂ ਮੈਨੂੰ ਕੋਈ ਐਡਵਾਈਸ ਦੇ ਸਕਦੇ ਆ ਜੀ? ਮੈਮ, ਰਮਨ ਜੀ ਤੋਂ ਆਪਾਂ ਪੁੱਛ ਸਕਦੇ ਹਾਂ ਜੇ ਇਮੀਗ੍ਰੇਸ਼ਨ ਸੰਬੰਧੀ ਇਸ ਦੇ ਵਿੱਚੋਂ ਕੋਈ ਐਡਵਾਈਸ ਦੇ ਸਕਦੇ ਨੇ। ਅਦਰਵਾਈਜ਼ ਤੁਸੀਂ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਸਾਨੂੰ ਕਾਲ ਕਰ ਲਿਓ, ਉਹਦੇ ਬਾਰੇ 'ਚ ਅਸੀਂ ਉਸ ਟਾਈਮ ਵੀ ਗੱਲ ਕਰ ਸਕਦੇ ਹਾਂ। ਥੈਂਕ ਯੂ ਸੋ ਮਚ, ਤੁਸੀਂ ਕਾਲ ਕੀਤੀ। ਆਫਟਰ 1 ਆਵਰ ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ ਜੀ। ਥੈਂਕ ਯੂ। ਜੀ ਰਮਨ ਜੀ, ਐਵੇਂ ਦੇ ਕੇਸਿਸ ਵੀ ਬਹੁਤ ਆ ਰਹੇ ਨੇ ਜਿੱਥੇ ਮੈਰਿਜ ਰਜਿਸਟਰ ਨਹੀਂ ਹੋ ਰਹੀ। ਕੀ ਅਜਿਹੇ ਕੇਸਿਸ ਦੇ ਵਿੱਚ ਕੋਈ ਆਪਸ਼ਨ ਹੁੰਦਾ ਹੈ ਕਿ ਸਪਾਊਸ ਦਾ ਕੋਈ ਕੇਸ ਉਹ ਆਪਣੇ ਬਿਹਾਫ ਤੇ ਲਗਾ ਸਕਣ? ਇਨ ਰਿਗਾਰਡਸ ਟੂ ਜੇ ਫੈਮਿਲੀ ਸਪਾਂਸਰਸ਼ਿਪ ਦਾ ਉਹਨਾਂ ਦਾ ਕੇਸ ਬਣਦਾ ਤੇ ਉਹਦੇ ਲਈ ਹੈਵ ਟੂ ਉਹਨਾਂ ਨੂੰ ਉਹਨਾਂ ਦੇ ਸਪਾਊਸ ਵੱਲੋਂ ਸਪਾਂਸਰ ਕਰਨਾ ਪਵੇਗਾ ਜੇ ਆਉਣਾ ਚਾਹੁੰਦੇ ਨੇ ਤੇ ਦੇਰ ਇਜ਼ ਨੋ ਅਦਰ ਵੇ ਆਈ ਗੈਸ। ਇਹਦੇ ਰਿਗਾਰਡ ਜੇ ਉਹ ਜ਼ਿਆਦਾ ਜਾਣਕਾਰੀ ਆਈ ਗੈਸ ਸ਼ੀ ਨੀਡ ਸਮ ਫੈਮਿਲੀ ਲਾਅ ਨਾਲ ਜੋ ਲਾਇਰ ਡੀਲ ਕਰਦੇ ਹੋਣ ਤੇ ਮਤਲਬ ਕਿ ਜਦ ਤੱਕ ਰਿਲੇਟਡ। ਮੈਰਿਜ ਰਜਿਸਟਰ ਨਹੀਂ ਹੁੰਦੀ ਉਹਨਾਂ ਦੀ ਫਾਈਲ ਨਹੀਂ ਲਗਾਈ ਜਾ ਸਕਦੀ ਸਪਾਊਸ ਦੇ ਵੱਲੋਂ?
ਜਾਂ ਜਿਨ੍ਹਾਂ ਤੱਕ ਉਹਨਾਂ ਦੇ ਹੂੰ, ਸਪਾਊਸ ਹੂੰ। ਸਪਾਂਸਰ ਨਹੀਂ ਕਰਦੇ ਹੈਗੇ ਸ਼ੀ ਜੀ ਕੈਨਟ। ਬਿਲਕੁਲ, ਸਟੇਟਸ ਰੀਸਟੋਰ ਕਰਨ ਦੀ ਅਸੀਂ ਗੱਲ ਕਰ ਰਹੇ ਸੀ ਸਰ। ਇਸ ਵਕਤ ਕਈ ਅਜਿਹੇ ਨੇ ਜਿਨ੍ਹਾਂ ਨੇ ਵਿਜ਼ਟਰ ਵੀਜ਼ਾ ਤੇ ਆਏ ਸੀ, ਉਸ ਤੋਂ ਬਾਅਦ ਆਪਣਾ ਸਟੇਟਸ ਇੱਕ ਵਾਰੀ ਰੀਸਟੋਰ ਕਰਵਾ ਲਿਆ ਸੀ, ਐਕਸਟੈਂਸ਼ਨ ਲੈ ਲਈ ਸੀ ਆਪਣੇ ਵੀਜ਼ਾ ਦੇ ਵਿੱਚ। ਹੁਣ ਜਦੋਂ ਦੇਖਿਆ ਕਿ ਫਲਾਈਟਸ ਬੰਦ ਹੋ ਚੁੱਕੀਆਂ ਨੇ, ਇਸ ਦੇ ਬਾਵਜੂਦ ਕੀ ਉਹਨਾਂ ਨੂੰ ਸੈਕਿੰਡ ਟਾਈਮ ਐਕਸਟੈਂਸ਼ਨ ਮਿਲ ਸਕਦੀ ਆ ਜਾਂ ਫਿਰ ਉਹਨਾਂ ਨੂੰ ਵਾਪਸ ਜਾਣਾ ਪੈਣਾ ਹੈ? Yeah, absolutely. There is no such rule that ਕਿ ਤੁਸੀਂ ਕਿੰਨੀ ਵਾਰ ਐਕਸਟੈਂਸ਼ਨ ਲੈ ਸਕਦੇ ਹੋ। ਇਟ ਸ਼ੁੱਡ ਬੀ ਲੈਜੀਟੀਮੇਟ ਰੀਜ਼ਨ ਹੋਣਾ ਚਾਹੀਦਾ ਤੇ ਜਿੱਦਾਂ ਹੁਣ ਤਾਂ ਵੈਰੀ ਇਹ ਪਤਾ ਹੀ ਹੈ ਸਭ ਨੂੰ ਕਿ ਕੋਵਿਡ ਕਾਰਨ ਫਲਾਈਟਸ ਬੰਦ ਨੇ ਤੇ ਆਈ ਡੋਂਟ ਥਿੰਕ ਦੇयर ਇਜ਼ ਐਨੀ ਰਿਸਟ੍ਰਿਕਸ਼ਨ ਫॉर ਦੀ ਐਕਸਟੈਂਸ਼ਨ। ਸੋ ਐਨੀ ਦੇ ਕੈਨ ਗੋ ਫॉर ਐਕਸਟੈਂਸ਼ਨ ਵੈਨਐਵਰ ਦੇ। ਜੀ ਬਿਲਕੁਲ। ਤੇ ਮੈਂ ਹੁਣ ਸਟੂਡੈਂਟਸ ਦੀ ਗੱਲ ਜ਼ਰੂਰ ਕਰੂੰਗੀ ਜਿਹੜੇ ਇਸ ਵਕਤ ਇੰਟਰਨੈਸ਼ਨਲ ਸਟੂਡੈਂਟਸ ਨੇ, ਆਨਲਾਈਨ ਸਟੱਡੀ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਉਹ ਆਪਣੀ ਜਿਹੜੀ ਵੀ ਕੰਟਰੀਜ਼ ਦੇ ਵਿੱਚ ਇਸ ਵਕਤ ਬੈਠੇ ਨੇ, ਆਨਲਾਈਨ ਸਟੱਡੀ ਕਰ ਸਕਦੇ ਨੇ। ਕੀ ਇਸ ਤੋਂ ਬਾਅਦ ਵੀ ਹੁਣ ਐਡਮਿਸ਼ਨਸ ਜਿਹੜੀਆਂ ਨੇ ਸਟੂਡੈਂਟ ਵੀਜ਼ਾ ਨੂੰ ਲੈ ਕੇ ਚੱਲਦੀਆਂ ਨੇ ਜਾਂ ਕੋਈ ਨਵੀਂ ਅਪਡੇਸ਼ਨ ਆਈ ਹੋਵੇ ਸਟੂਡੈਂਟਸ ਨੂੰ ਲੈ ਕੇ? ਕੈਨ ਯੂ ਸੇ ਇਟ ਅਗੇਨ? ਮੈਂ ਲਾਸਟ ਤੁਹਾਡਾ ਇੰਟਰਨੈਸ਼ਨਲ ਸਟੂਡੈਂਟਸ ਦੀ ਮੈਂ ਗੱਲ ਕਰ ਰਹੀ ਹਾਂ ਸਰ। ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਕੀ ਕੋਈ ਨਵੀਂ ਅਪਡੇਸ਼ਨ ਆਈ ਹੈ? ਕਿਉਂਕਿ ਇਹ ਬਹੁਤ ਜ਼ਹਿਨ ਦੇ ਵਿੱਚ ਸੀ ਕਿ ਜੇਕਰ ਉਹ ਆਨਲਾਈਨ ਸਟੱਡੀ ਕਰਦੇ ਨੇ, ਕੀ ਉਹਨਾਂ ਨੂੰ ਅੱਗੇ ਜਾ ਕੇ ਫਿਊਚਰ ਦੇ ਵਿੱਚ ਪੋਸਟ ਗ੍ਰੈਡ ਵਰਕ ਪਰਮਿਟ ਮਿਲੇਗਾ ਜਾਂ ਨਹੀਂ ਮਿਲੇਗਾ? ਜੇ ਮਿਲੇਗਾ ਤਾਂ ਕਿੰਨੇ ਟਾਈਮ ਦਾ ਮਿਲੇਗਾ? ਤਾਂ ਇਸ ਸਭ ਨੂੰ ਲੈ ਕੇ ਕੀ ਕੋਈ ਨਵੀਂ ਇਸ ਵਕਤ ਕਲੈਰੀਫਿਕੇਸ਼ਨ ਆਈ ਹੈ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ? Yeah, there is a biggest update in regards to that ਜੋ ਪਹਿਲਾਂ ਨਾਰਮਲ ਸਿਚੁਏਸ਼ਨਸ ਦੇ ਵਿੱਚ ਰੂਲ ਹੁੰਦਾ ਸੀ ਕਿ ਆਪਾਂ ਨੂੰ ਸਾਰੀ ਸਟੱਡੀ ਇਨ ਕਲਾਸ ਵਿੱਚ ਕਰਨੀ ਪੈਂਦੀ ਸੀਗੀ। ਵੀ ਵਰ ਨਾਟ ਅਲਾਉਡ ਫॉर ਆਨਲਾਈਨ ਸਟੱਡੀ ਟੂ ਗੈਟ ਏ ਪੋਸਟ ਗ੍ਰੈਜੂਏਟ ਵਰਕ ਪਰਮਿਟ। ਹੁਣ ਕੈਨੇਡਾ ਗਵਰਨਮੈਂਟ ਨੇ ਇਹ ਰੂਲ ਲਿਆਂਦਾ ਹੈਗਾ, ਐਗਜ਼ੈਂਪਸ਼ਨ ਲਿਆਂਦੀ ਹੈਗੀ ਆ। 50% ਜਿਹੜੀ ਸਟੱਡੀ ਹੈਗੀ ਆ ਉਹ ਆਪਾਂ ਆਨਲਾਈਨ ਕੰਪਲੀਟ ਕਰ ਸਕਦੇ ਹੈਗੇ ਆ ਤੇ ਜਿਹੜੀ ਰੈਸਟ ਆਫ ਦੀ ਸਟੱਡੀ ਆ ਉਹ ਰਾਈਟ ਨਾਓ ਜੋ ਲਾਅ ਹੈਗਾ ਉਹ ਇਨ ਕਲਾਸ ਦਾ ਹੈਗਾ। ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਨਾਰਮਲੀ ਜੋ ਵੀ ਸਟੱਡੀ ਦੇ ਅਕੋਰਡਿੰਗ ਪੋਸਟ ਗ੍ਰੈਜੂਏਟ ਵਰਕ ਪਰਮਿਟ ਆਪਾਂ ਨੂੰ 1 ਸਾਲ ਦਾ ਜਾਂ 3 ਸਾਲ ਦਾ ਮਿਲਦਾ ਸੀ, ਉਹ ਮਿਲੂਗਾ। ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੂੰ, ਆਊਗੀ ਹੂੰ। ਤੇ ਇਹਦੇ ਵਿੱਚ ਕੋਈ ਵਰੀ ਕਰਨ ਦੀ ਲੋੜ ਨਹੀਂ ਹੈਗੀ। ਜੀ ਬਿਲਕੁਲ। ਤੇ ਸਟੂਡੈਂਟ ਜਸਟ ਨੀਡ ਟੂ ਕੀ ਫੋਕਸ ਔਨ देयर ਸਟੱਡੀ ਤੇ ਉਹਨਾਂ ਨੂੰ ਜਿਹੜੇ ਵੀ ਉਹਨਾਂ ਦੇ ਸਬਜੈਕਟਸ ਵਗੈਰਾ ਹੈਗੇ ਆਨਲਾਈਨ ਸਟੱਡੀ ਕਰਕੇ ਉਹ ਪਾਸ ਕਰਨ ਤੇ ਮਸਟ ਟੇਕ देयर ਸਟੱਡੀ ਸੀਰੀਅਸਲੀ। ਮਤਲਬ ਤੁਸੀਂ ਜਿਵੇਂ ਕਿਹਾ ਮਸਟ ਟੇਕ देयर ਸਟੱਡੀ ਸੀਰੀਅਸਲੀ, ਕਿ ਉਹਨਾਂ ਨੂੰ ਪਾਸ ਹੋਣਾ ਕੀ ਜ਼ਰੂਰੀ ਹੋਏਗਾ ਜਾਂ ਉਹਨਾਂ ਨੂੰ ਇਹਦੇ ਵਿੱਚੋਂ ਜੇ ਕਦੇ ਸਬਜੈਕਟ 'ਚ ਉਹ ਰਹਿੰਦੇ ਆ ਤਾਂ ਉਹਨੂੰ ਐਕਸੈਂਪਸ਼ਨ ਮਿਲ ਸਕਦੀ ਹੈ? ਨਹੀਂ, ਪਾਸ ਹੋਣਾ ਜ਼ਰੂਰੀ ਹੈਗਾ। ਦੇ ਨੀਡ ਟੂ ਹੈਵ ਦੀ ਸਟੱਡੀ ਉਹਨਾਂ ਨੂੰ ਪਾਸ ਕਰਨੀ ਪਊਗੀ ਤੇ ਕੰਪਲੀਟ ਕਰਨੀ ਪਊਗੀ। ਰਮਨ ਜੀ, ਇਸ ਵਕਤ ਜਿਹੜੇ ਸਟੂਡੈਂਟ ਇੱਕ ਜੀ, ਜੀ, ਨਹੀਂ ਆਪਣੀ ਗੱਲ ਕੰਪਲੀਟ ਕਰੋ ਜੀ ਤੁਸੀਂ। ਹਾਂਜੀ, ਹਾਂਜੀ। ਇੱਕ ਜਿਹੜਾ ਫਸਟ ਲਾਅ ਹੁੰਦਾ, ਰੂਲ ਸੀਗਾ ਕਿ ਜਿਹੜੇ ਸਟੂਡੈਂਟਸ ਦੇ ਹੂੰ, ਵਿੱਚੋਂ ਹੂੰ। ਹੂੰ, ਹੂੰ। ਗੈਪ ਪੈ ਜਾਂਦਾ ਜੀ। ਸੀਗਾ, ਉਹਦੇ ਲਈ ਵੀ ਹੁਣ ਲੇਟੈਸਟ ਇੱਕ ਐਗਜ਼ੈਂਪਸ਼ਨ ਦਿੱਤੀ ਹੈ ਗਵਰਨਮੈਂਟ ਨੇ ਸਰ ਤੇ ਮੈਂ ਗੈਪ ਦੇ ਬਾਰੇ ਵਿੱਚ ਜਾਣਨਾ ਚਾਹਾਂਗੀ ਜ਼ਰੂਰ, ਪਰ ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ, ਉਹਨਾਂ ਦਾ ਸਵਾਲ ਲੈ ਲਈਏ ਅਸੀਂ। ਹੈਲੋ। ਹਾਂਜੀ, ਮੈਂ ਦਵਿੰਦਰ ਆਸੀ ਬਰੈਂਪਟਨ ਤੋਂ ਬੋਲ ਰਿਹਾ ਜੀ। ਜੀ ਦਵਿੰਦਰ ਜੀ, ਬਹੁਤ ਬਹੁਤ ਸਵਾਗਤ ਹੈ। ਮੈਂ ਪੁੱਛਣਾ ਚਾਹੁੰਦਾ ਸੀਗਾ ਕਿ ਇਹ ਜਿਹੜੇ 7 ਡਰਾ ਪਿਛਲੇ ਕੈਨੇਡੀਅਨ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਹੋਏ ਆ, ਉਹਨਾਂ ਦੀ ਪ੍ਰੋਸੈਸਿੰਗ ਨੂੰ ਕਿੰਨਾ ਟਾਈਮ ਲੱਗੇਗਾ? ਜੀ ਬਹੁਤ ਬਹੁਤ ਧੰਨਵਾਦ ਜੀ ਆਪਣਾ ਪ੍ਰਸ਼ਨ ਰੱਖਣ ਲਈ। ਰਮਨ ਜੀ, ਤੁਹਾਨੂੰ ਕੁਐਸਚਨ ਸੁਣ ਗਿਆ, ਮੈਂ ਰਿਪੀਟ ਕਰਾਂ? Yes, I ਜੀ got ਤੁਸੀਂ it. ਟੀਵੀ ਸਕਰੀਨ So ਤੇ ਆਨਸਰ he's ਸੁਣ ਸਕਦੇ asking ਹੋ। that, ਜੀ ਸਰ। yeah, he's asking that how much time it's gonna take ਜਿਹੜੇ ਲਾਸਟ ਡਰਾ ਨਿਕਲੇ ਉਹਨਾਂ ਨੂੰ ਪ੍ਰੋਸੈਸ ਹੋਣ ਦੇ ਬਿਲਕੁਲ। ਵਿੱਚ। ਤੇ ਇਟ ਡਿਪੈਂਡਸ ਲਾਈਕ ਤੁਸੀਂ ਕਿਹੜੀ ਜਗ੍ਹਾ ਹੋ, ਉੱਥੇ ਕਿੰਨੀਆਂ ਲਾਕਡਾਊਨ ਹੈਗਾ, ਕੀ ਰਿਸਟ੍ਰਿਕਸ਼ਨਸ ਹੈਗੀ ਆ। ਸੋ ਐਜ਼ ਆਈ ਸੈਡ ਦੈਟ ਬਾਇਓਮੈਟ੍ਰਿਕਸ ਵਾਸ ਦੀ ਵੈਰੀ ਇੰਪੋਰਟੈਂਟ ਥਿੰਗ ਜਿਹੜਾ ਜਿਹਦੇ ਕਰਕੇ ਡਿਲੇ ਹੋ ਰਹੀ ਸੀਗੀ। ਤੇ ਉਹ ਬਾਇਓਮੈਟ੍ਰਿਕ ਸੈਂਟਰ ਜਿੱਥੇ ਤੁਸੀਂ ਰਹਿ ਰਹੇ ਹੋ ਜੋ ਓਪਨ ਹੈਗੇ ਆ ਫॉर ਪਰਮਨੈਂਟ ਰੈਜ਼ੀਡੈਂਸ, ਦੇ ਹੈਵਨਟ ਗਿਵਨ ਐਨੀ ਐਗਜ਼ੈਂਪਸ਼ਨ ਯੈਟ। ਸੋ ਉਹ ਬਾਇਓਮੈਟ੍ਰਿਕਸ ਤੇ ਡਿਪੈਂਡ ਕਰਦਾ। ਬਾਕੀ ਜਿਹੜੀ ਦੂਸਰੀ ਪ੍ਰੋਸੈਸਿੰਗ ਆ ਉਹ ਰੈਗੂਲਰ ਚੱਲ ਰਹੀ ਹੈਗੀ ਆ, ਉਹਦੇ ਵਿੱਚ ਇੱਦਾਂ ਦੀ ਕੋਈ ਡਿਲੇ ਨਹੀਂ ਦੇਖਣ ਨੂੰ ਆ ਰਹੀ ਤੇ ਐਕਸੈਪਟ ਦੈਟ ਐਨੀ ਫਲਾਈਟ ਇਸ਼ੂਜ਼ ਜਿਹੜੇ ਹੈਗੇ ਨੇ। Yeah. ਬਿਲਕੁਲ। So I'll say basically it depends upon where you are residing and which area ਤੇ ਉੱਥੇ ਕੀ ਤੁਹਾਡੀ ਮੈਡੀਕਲ ਕਿਉਂਕਿ ਇਹਦੇ ਵਿੱਚ ਚਾਹੀਦਾ ਹੁੰਦਾ ਜ਼ਰੂਰੀ ਇੱਕ ਪੁਲਿਸ ਕਲੀਅਰੈਂਸ ਹੁੰਦਾ ਜਿਹੜਾ ਓਰੀਜਨਲ ਚਾਹੀਦਾ ਹੁੰਦਾ। ਤੇ ਜੇ ਤੁਹਾਨੂੰ 2-3 ਕੰਟਰੀ ਦੇ ਪੁਲਿਸ ਕਲੀਅਰੈਂਸ ਚਾਹੀਦੇ ਆ, ਡਿਪੈਂਡ ਕਰਦਾ ਤੁਹਾਨੂੰ ਕਿੰਨਾ ਟਾਈਮ ਲੱਗਦਾ ਪੁਲਿਸ ਕਲੀਅਰੈਂਸ ਓਬਟੇਨ ਕਰਨ ਲਈ। ਉਸ ਦੇयर ਆਰ ਸੋ ਮੈਨੀ ਥਿੰਗਸ, ਇਹ ਸਾਰੇ ਫੈਕਟਰਸ ਡਿਪੈਂਡ ਕਰਦੇ ਆ ਬਟ ਫਰੋਮ ਦੀ ਇਮੀਗ੍ਰੇਸ਼ਨ ਸਾਈਡ ਦੇ ਆਰ ਪ੍ਰੋਸੈਸਿੰਗ ਇਟ ਐਜ਼ ਏ ਨੋਟ। ਜੀ ਬਿਲਕੁਲ ਸਰ, ਆਪਾਂ ਗੈਪ ਦੀ ਗੱਲ ਕਰ ਰਹੇ ਸੀ ਸਟੱਡੀਜ਼ ਦੇ ਵਿੱਚ, ਜਿਹੜਾ ਸਟੂਡੈਂਟਸ ਦਾ ਗੈਪ ਆ ਉਹਦੇ ਬਾਰੇ ਤੁਸੀਂ ਗੱਲ ਕਰ ਰਹੇ ਸੀ। ਮੈਂ ਉਹਦੇ ਲਈ ਕਹਿ ਰਿਹਾ ਸੀ ਕਿ ਜੇ ਕਿਸੇ ਸਟੂਡੈਂਟ ਦਾ ਗੈਪ ਆ ਗਿਆ ਸਟੱਡੀ ਉਹਦੇ ਕਾਰਨ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਤਾਂ ਉਹ ਸਾਡੇ ਆਫਿਸ ਵਿੱਚ ਕੰਟੈਕਟ ਕਰ ਸਕਦੇ ਨੇ। ਹੁਣ ਤਾਂ ਇਹਦੇ ਵਿੱਚ ਕੁਝ ਐਗਜ਼ੈਂਪਸ਼ਨਸ ਆਈਆਂ ਨੇ ਤੇ ਇਨ ਡੀਟੇਲ ਆਪਾਂ ਇਟ ਡਿਪੈਂਡ ਅਪਨ ਫਾਈਲ ਟੂ ਫਾਈਲ ਬੇਸਿਸ ਡਿਪੈਂਡ ਕਰਦਾ ਕਿ ਗੈਪ ਦਾ ਰੀਜ਼ਨ ਕੀ ਸੀਗਾ ਤੇ ਜੇ ਕੋਈ ਇਦਾਂ ਦੀ ਸਟੂਡੈਂਟ ਨੂੰ ਪ੍ਰੋਬਲਮ ਹੈਗੀ ਆ ਤਾਂ ਦੇ ਕੈਨ ਕੰਟੈਕਟ ਅਵਰ ਜੀ ਆਫਿਸ। ਰਮਨ ਜੀ, ਇੱਕ ਕਾਲਰ ਹੋਰ ਜੁੜ ਗਏ ਨੇ, ਉਹਨਾਂ ਦਾ ਸਵਾਲ ਲੈ ਲਈਏ। ਹੈਲੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਮੈਮ? ਸਰੀ ਤੋਂ ਬੋਲਦੇ ਸੀਗੇ ਜੀ। ਜੀ ਦੱਸੋ ਕੀ ਸਵਾਲ ਹੈ?
ਮੈਂ ਪੁੱਛਣਾ ਸੀਗਾ ਜੀ ਇਹ ਕਹਿੰਦੇ ਨਾ ਕਿ ਵੀ ਵਿਜ਼ਟਰ ਵੀਜ਼ੇ ਵਾਲੇ ਨੂੰ ਐਕਸਟੈਂਸ਼ਨ ਇਹ ਦੇ ਦਿੰਦੇ ਆ ਕਿ ਵੀ ਮੈਂ ਆਪਣੇ ਬ੍ਰਦਰ ਦੀ ਕੀਤੀ ਸੀਗੀ ਜੀ 11 ਮਾਰਚ ਨੂੰ ਉਹਦਾ ਐਕਸਪਾਇਰ ਹੋ ਰਿਹਾ ਸੀਗਾ ਮੈਂ ਉਹਦੇ ਵਿੱਚ ਉਹਦਾ ਐਕਸਟੈਂਸ਼ਨ ਵਾਸਤੇ ਅਪਲਾਈ ਕੀਤਾ ਸੀਗਾ ਬਟ ਉਹਨਾਂ ਨੇ ਉਹਨਾਂ ਨੂੰ ਨਾ ਕਰਕੇ ਭੇਜਤਾ ਆ ਜੀ ਰਮਨ ਜੀ ਤੇ ਤੁਸੀਂ ਉਹਦੇ ਕੁਝ ਲਈ ਉਹ ਕੁਝ ਕਰ ਸਕਦੇ ਆ ਆਪਾਂ ਉਹਦੇ ਬਾਰੇ ਉਹ ਕੁਝ ਦੁਆਰਾ ਉਹਦਾ ਹੋ ਸਕਦਾ ਕਿਉਂਕਿ ਫਲਾਈਟਾਂ ਜਾ ਨਹੀਂ ਰਹੀਆਂ ਜਾਣਾ ਉਹਨੂੰ ਮੁਸ਼ਕਲ ਹੈ ਜੀ ਰਮਨ ਜੀ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਆਪਾਂ ਆਨਸਰ ਦਈਏ I can answer that. ਬਿਲਕੁਲ ਤੁਸੀਂ ਟੀਵੀ Uh, ਸਕਰੀਨ ਤੇ ਆਨਸਰ so, ਸੁਣ ਸਕਦੇ ਹੋ ਜੀ ਕਾਲ ਕਰਨ ਲਈ ਬਹੁਤ ਬਹੁਤ Thank you ਧੰਨਵਾਦ ਇੱਕ ਸਰ ਇੱਕ absolutely. ਤੁਹਾਡੇ ਚ ਕਾਲਰ ਹੋ ਜੁੜ ਗਏ ਨੇ ਆਪਾਂ ਇਕੱਠੀਆਂ ਕੁਆਰੀਜ਼ ਲੈ ਲਈਏ ਫਿਰ ਆਪਾਂ ਨਾਲ ਦੀ ਨਾਲ ਰਿਪਲਾਈ ਕਰਦੇ ਹਾਂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਿਤਪਾਲ ਸਿੰਘ ਬੋਲਦਾ ਹਾਂ ਕੈਲਗਰੀ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਆਪਣੀ ਟੀਵੀ ਸਕਰੀਨ ਦੀ ਆਵਾਜ਼ ਨੂੰ ਪਲੀਜ਼ ਥੋੜਾ ਜਿਹਾ ਘੱਟ ਕਰ ਦਿਓ ਓਕੇ ਜੀ ਸਰ ਹਾਂਜੀ ਦੱਸੋ ਕੀ ਪੁੱਛਣਾ ਤੁਸੀਂ ਮੈਮ ਮੈਂ ਪੁੱਛਣਾ ਸੀਗਾ ਜੀ ਮੇਰੇ ਨਾ ਆਪਣੇ ਵਾਈਫ ਦੇ ਫਾਈਲ ਲਾਈ ਸੀ ਮੈਂ ਮੈਰਿਜ ਤੋਂ ਆ ਕੇ ਆਇਆ ਸੀਗਾ 4 ਮੰਥ ਤੋਂ ਉੱਪਰ ਹੋ ਗਏ ਉਹਦਾ ਕੋਈ ਮੈਨੂੰ ਆਇਆ ਨਹੀਂ ਗਈ ਟਰੈਕ ਨੰਬਰ ਕੁਝ ਵੀ ਕੀ ਉਦਾਂ ਪ੍ਰੋਸੈਸਿੰਗ ਚ ਹੋਊਗੀ ਕਿੱਦਾਂ ਕੀ ਇਹਦਾ ਸਰ ਤੁਹਾਡਾ ਸਟੇਟਸ ਕੀ ਹੈ ਇਸ ਵਕਤ ਇੱਥੇ ਕੈਨੇਡਾ 'ਚ ਪੀਆਰ ਆਈ ਮੈਂ ਪੀਆਰ ਆਪਾਂ ਕੁਝ ਪੁੱਛਣਾ ਚਾਹੁੰਦੇ ਹਾਂ ਸਰ ਰਮਨ ਜੀ ਜਾਂ ਆਨਸਰ ਦਈਏ ਆਪਾਂ ਇਹਨਾਂ ਨੂੰ Yeah, I can answer ਤੁਸੀਂ that. ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ ਇਸ ਤੋਂ ਪਹਿਲਾਂ ਆਪਾਂ ਸਭ ਪਹਿਲੀ ਕਾਲ ਦਾ ਆਨਸਰ ਦੇ ਦਈਏ ਜਿਹੜੇ ਕਹੇ ਸੀ ਕਿ ਉਹਨਾਂ ਦੇ ਬ੍ਰਦਰ ਦਾ ਜਿਹੜਾ ਵਿਜ਼ਟਰ ਵੀਜ਼ਾ ਉਹਨਾਂ ਨੇ ਐਕਸਟੈਂਡ ਕਰਨ ਲਈ ਫਾਈਲ ਲਗਾਈ ਸੀ ਬਟ ਉੱਥੋਂ ਮਨਾ ਹੋ ਗਿਆ ਰਿਫਿਊਜ਼ ਹੋ ਗਿਆ Yeah, obviously there are going to be some ਕਮੀ ਹੋਊਗੀ ਫਾਈਲ ਦੇ ਵਿੱਚ ਜਿਹਦੇ ਕਾਰਨ ਉਹ ਰਿਜੈਕਸ਼ਨ ਲੱਗਿਆ ਬਟ ਐਜ਼ ਆਈ ਸੈਡ ਕਿ ਹੁਣ ਗਵਰਨਮੈਂਟ ਨੇ ਆਪਸ਼ਨ ਦਿੱਤਾ ਹੈਗਾ ਸਟੇਟਸ ਰੀਸਟੋਰ ਕਰਨ ਦਾ ਤੇ ਦੇ ਸ਼ੁੱਡ ਅਪਲਾਈ ਅਗੇਨ ਐਂਡ ਗੈਟ ਦੀ ਸਟੇਟਸ ਐਜ਼ ਅ ਵਿਜ਼ਟਰ ਸੋ ਦੇ ਕੈਨ ਵਿਜ਼ਿਟ ਆਵਰ ਆਫਿਸ ਐਂਡ ਉਹ ਆਪਦੇ ਬ੍ਰਦਰ ਦੀ ਫਾਈਲ ਪੁਰਾਣੀ ਜ਼ਰੂਰ ਲੈ ਕੇ ਆਉਣ ਤੇ ਆਪਾਂ ਉਹਨਾਂ ਦਾ ਦੁਬਾਰਾ ਅਪਲਾਈ ਕਰ ਸਕਦੇ ਹਾਂ ਇਸ ਨੋ ਪ੍ਰੋਬਲਮ ਐਟ ਜੀ ਆਲ ਬਿਲਕੁਲ ਤੇ ਸਰ ਇੱਕ ਦਰਸ਼ਕ ਹੋਰ ਜੁੜ ਗਏ ਨੇ ਹੈਲੋ ਸਤਿ ਸ਼੍ਰੀ ਅਕਾਲ ਤਰਨ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਬ੍ਰਹਮਪੁਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਹਾਂ ਜੀ ਸਰ ਕੀ ਪੁੱਛਣਾ ਮੇਰੀ ਨਾ ਐਚਵੈਕ ਟੈਕਨੀਸ਼ੀਅਨ ਦੀ ਐਲਐਮਆਈ ਆਈ ਹੈ ਹਾਂਜੀ ਤੇ ਉਹਦੇ ਲਈ ਹੁਣ ਮੈਨੂੰ ਸਲਾਹ ਚਾਹੀਦੀ ਹੈ ਕਿ ਜਾਨੀ ਕਿ ਆਉਣ ਵਾਲੀ ਹੈ ਹਜੇ ਮੇਰੀ ਅਪਰੂਵਲ ਹੋਣ ਵਾਲੀ ਹੈ ਕਿਹੜੇ ਕਿਹੜੇ ਡਾਕੂਮੈਂਟ ਮੈਂ ਰੈਡੀ ਰੱਖਾਂ ਕਿਉਂਕਿ ਮੈਂ 8 ਸਾਲ ਇੰਡੀਆ ਕੰਮ ਕੀਤਾ ਮੈਂ 2 ਸਾਲ ਦੁਬਈ ਕੰਮ ਕੀਤਾ 1 ਸਾਲ ਮੈਨੂੰ ਕੈਨੇਡਾ ਹੋ ਗਿਆ ਕਿੱਥੋਂ ਕਿੱਥੋਂ ਮੈਨੂੰ ਕਿਹੜੇ ਕਿਹੜੇ ਡਾਕੂਮੈਂਟ ਲੋੜ ਪੈ ਸਕਦੇ ਪੁਲਿਸ ਕਲੀਅਰੈਂਸ ਕਿਹਦੀ ਚਾਹੀਦੀ ਹੈ ਮੈਨੂੰ ਵਰਕ ਪਰਮਿਟ ਲੈਣ ਵਾਸਤੇ ਜੀ ਤੁਸੀਂ ਲੈਬਟੈਕ ਦੀ ਗੱਲ ਕਰ ਰਹੇ ਹੋ ਲੈਬਟੈਕ ਦੀ ਐਲਐਮਆਈ ਹੈ ਐਚਵੈਕ ਟੈਕਨੀਸ਼ੀਅਨ ਦੀ ਏਸੀ ਟੈਕਨੀਸ਼ੀਅਨ ਦੀ ਏਸੀ ਟੈਕਨੀਸ਼ੀਅਨ ਓਕੇ ਏਸੀ ਟੈਕਨੀਸ਼ੀਅਨ ਦੀ ਜੀ ਰਮਨ ਜੀ ਤੁਹਾਨੂੰ ਸਵਾਲ ਸੁਣ ਗਿਆ ਜਾਂ ਆਪਾਂ ਕੁਝ ਪੁੱਛਣਾ ਇਹਨਾਂ ਨੂੰ No, actually the voice wasn't clear. I understand a little bit. ਸੀ ਕਿ ਇਹਨਾਂ ਨੇ ਐਲਐਮਆਈ ਲਈ ਅਪਲਾਈ ਕੀਤਾ ਹੋਇਆ ਸੀ ਤੇ ਮੋਸਟ ਪ੍ਰੋਬੇਬਲੀ ਬਹੁਤ ਛੇਤੀ ਆਉਣ ਵਾਲੀ ਹੈ ਏਸੀ ਟੈਕ ਦੀ ਇਹਨਾਂ ਦੇ ਕੋਲ ਜਿਹੜੀ ਆ ਤਜਰਬਾ ਹੈਗਾ ਆ ਲਗਭਗ 8 ਸਾਲ ਦਾ ਦੁਬਈ ਦੇ ਵਿੱਚ ਵੀ ਇਹਨਾਂ ਨੇ ਕੰਮ ਕੀਤਾ ਇੰਡੀਆ ਦੇ ਵਿੱਚ ਵੀ ਕੰਮ ਕੀਤਾ ਹੈ ਪੁੱਛਣਾ ਚਾਹੁੰਦੇ ਨੇ ਕਿ ਉਹਦੇ ਲਈ ਉਹਨਾਂ ਨੂੰ ਕਿਹੜੇ ਕਿਹੜੇ ਡਾਕੂਮੈਂਟਸ ਰੈਡੀ ਰੱਖਣੇ ਚਾਹੀਦੇ ਆ ਪੀਸੀਸੀ ਵਗੈਰਾ ਕਿਹੜੇ ਕਿਹੜੇ ਡਾਕੂਮੈਂਟਸ ਦੀ ਜ਼ਰੂਰਤ ਪਏਗੀ ਵਰਕ ਪਰਮਿਟ ਲਈ Actually the first ਤੇ ਆਨਸਰ ਦਈਏ ਇਹਨਾਂ ਨੂੰ yeah ਬਿਲਕੁਲ sure ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਸਰ ਇਸ ਤੋਂ ਪਹਿਲਾਂ ਆਪਾਂ ਇਹਨਾਂ ਦਾ ਜਵਾਬ ਦਈਏ ਇੱਕ ਆਲਰੇਡੀ ਕਾਲਰ ਦੀ ਆਪਣੀ ਪੈਂਡਿੰਗ ਪਈ ਹੈ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਵਾਈਫ ਦਾ ਅਪਲਾਈ ਕੀਤਾ ਹੋਇਆ ਪੀਆਰ ਨਹੀਂ ਇੱਥੇ 4 ਮੰਥ ਹੋ ਚੁੱਕੇ ਨੇ ਵਾਈਫ ਦਾ ਅਪਲਾਈ ਕੀਤੇ ਬਟ ਅਜੇ ਤੱਕ ਕੋਈ ਅਪਡੇਸ਼ਨ ਨਹੀਂ ਆਈ Yeah, so as the beginning of this program, I already explained that ਜਿਹੜੀਆਂ ਵੀ ਪੇਪਰ ਐਪਲੀਕੇਸ਼ਨਸ ਨੇ ਉਹ ਸਾਰੀਆਂ ਡਿਲੇ ਹੋ ਰਹੀਆਂ ਨੇ ਡਿਊ ਟੂ ਕਿਉਂਕਿ ਸਾਰੇ ਆਫੀਸਰਸ ਵਰਚੁਅਲੀ ਕੰਮ ਕਰ ਰਹੇ ਨੇ ਤੇ ਉਹਦੇ ਲਈ ਇਸ ਲਈ ਉਹਨਾਂ ਲਈ ਟਾਈਮ ਲੱਗ ਰਿਹਾ ਤੇ ਵੈਸੇ ਵੀ ਪੇਪਰ ਐਪਲੀਕੇਸ਼ਨਸ ਹੁੰਦੀਆਂ ਤੇ ਕਰੋਨਾ ਦਾ ਵੀ ਉਹਨਾਂ ਨੂੰ ਕਾਫੀ ਧਿਆਨ ਰੱਖਣਾ ਪੈਂਦਾ ਤੇ ਉਹਨਾਂ ਨੂੰ ਵੀ ਫਾਈਲਸ ਨੂੰ ਵੀ ਨਾਲ ਦੀ ਨਾਲ ਟੱਚ ਨਹੀਂ ਕਰਦੇ ਹੋਣੇ ਹੋਪਫੁਲੀ ਆਈ ਥਿੰਕ ਇਸ ਲਈ ਉਹ ਪੇਪਰ ਐਪਲੀਕੇਸ਼ਨਸ ਦੇ ਵਿੱਚ ਉਹ ਡਿਲੇ ਆ ਰਹੀ ਹੈਗੀ ਆ ਦੈਟਸ ਦੀ ਓਨਲੀ ਰੀਜ਼ਨ ਤੇ ਪਰ ਦਿਸ ਨਥਿੰਗ ਟੂ ਵਰੀ ਵੈਰੀ ਸੂਨ ਐਵਰੀਥਿੰਗ ਇਜ਼ ਗੈਟਿੰਗ ਬੈਕ ਟੂ ਨਾਰਮਲ ਤੇ ਜਿੱਦਾਂ ਹੀ ਉਹਨਾਂ ਦੀ ਫਾਈਲ ਕਿਊ ਦੇ ਵਿੱਚੋਂ ਨੰਬਰ ਆਉਂਦਾ ਤੇ ਉਹਨਾਂ ਨੂੰ ਫਾਈਲ ਨੰਬਰ ਵਗੈਰਾ ਕੁਛ ਨਾ ਕੁਛ ਰਿਪਲਾਈ ਜ਼ਰੂਰ ਆਊਗਾ ਸੋ ਦੇ ਡੋਂਟ ਗੈਟ ਪੈਨਿਕ ਜਸਟ ਵਾਚ ਜੀ ਬਿਲਕੁਲ ਤੇ ਸਰ ਇਸ ਤੋਂ ਬਾਅਦ ਹੁਣ ਜਿਹੜੇ ਇਹਨਾਂ ਦੀ ਸਰ ਦੀ ਕਾਲ ਆਈ ਸੀ ਕਿ ਉਹਨਾਂ ਕੋਲ ਐਕਸਪੀਰੀਅੰਸ ਹੈਗਾ ਤੇ ਉਹਨਾਂ ਦੀ ਐਲਐਮਆਈ ਦੇ ਲਈ ਮੋਸਟ ਪ੍ਰੋਬੇਬਲੀ ਬਹੁਤ ਛੇਤੀ ਉਹਨਾਂ ਦਾ ਆ ਜਾਏਗਾ ਸੋ ਵਰਕ ਪਰਮਿਟ ਲਈ ਕੀ ਡਾਕੂਮੈਂਟਸ ਉਹਨਾਂ ਨੂੰ ਚਾਹੀਦੇ ਹੋਣੇ ਆ ਸੋ ਐਜ਼ ਯੂਜ਼ੁਅਲ ਵਰਕ ਪਰਮਿਟ ਲਈ ਜੋ ਡਾਕੂਮੈਂਟਸ ਰਿਕੁਆਇਰਡ ਹੁੰਦੇ ਨੇ ਬੇਸਿਕਲੀ ਉਹਨਾਂ ਦੇ ਐਜੂਕੇਸ਼ਨ ਡਾਕੂਮੈਂਟਸ ਦੇ ਇੰਗਲਿਸ਼ ਰਿਕੁਆਇਰਮੈਂਟ ਹੈਗੀ ਆ ਆਇਲਸ ਦੀ ਕਾਪੀ ਤੇ ਵਰਕ ਪਰਮਿਟਸ ਤੇ ਜੋ ਵੀ ਉਹਨਾਂ ਦੇ ਪਿਛਲਾ ਵਰਕ ਐਕਸਪੀਰੀਅੰਸ ਆ ਉਹਦੇ ਜੌਬ ਲੈਟਰ ਸਪੇਸ ਸਟਾਫ ਸੋ ਐਂਡ ਦੇ ਮੈਡੀਕਲ ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਰੈਡੀ ਰੱਖਣੀਆਂ ਚਾਹੀਦੀਆਂ and the other thing the LME is just applied by the employer so I guess the employer applied for the LME and he is waiting for a job offer from the employer so he need to get in touch with him okay sir ਤੇ ਇੱਕ ਦਰਸ਼ਕ ਹੋ ਚੁੱਕੇ ਨੇ ਉਹਨਾਂ ਦਾ ਵੀ ਅਸੀਂ ਸਵਾਲ ਲੈ ਲਈਏ ਹੈਲੋ
ਹੈਲੋ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਕਿੱਥੋਂ ਬੋਲ ਰਹੇ ਹੋ ਸਰ? ਮੈਂ BC ਤੋਂ ਗੱਲ ਕਰ ਰਿਹਾ ਜੀ। ਜੀ ਸਰ, ਕੀ ਸਵਾਲ ਹੈ? ਟਰੱਕ ਡਰਾਈਵਰ ਮੇਰੀ PNP ਅਪਰੂਵ ਹੋ ਚੁੱਕੀ ਸੀਗੀ ਤੇ ਹੁਣ ਮੇਰੀ ਫਾਈਲ ਜਿਹੜੀ ਹੈ PR ਲਈ ਗਈ ਹੋਈ ਹੈ। ਮਾਰਚ 10 ਨੂੰ ਮੇਰੀ 2020 ਨੂੰ ਮੇਰੀ ਜਿਹੜੀ ਫਾਈਲ ਆ ਉੱਥੇ ਪਹੁੰਚ ਚੁੱਕੀ ਸੀਗੀ, ਬਟ ਹਜੇ ਤੱਕ ਮੇਰਾ ਕੋਈ ਫਾਈਲ ਨੰਬਰ ਵਗੈਰਾ ਕੁਝ ਵੀ ਹਜੇ ਤੱਕ ਅਪਡੇਟ ਨਹੀਂ ਹੋਇਆ। ਉਹਦੇ ਬਾਰੇ ਪੁੱਛਣਾ ਸੀ ਜੀ। ਰਮਨ ਜੀ, ਸਵਾਲ ਸੁਣ ਕੇ ਆਪਾਂ ਆਨਸਰ ਦਈਏ ਇਹਨਾਂ ਨੂੰ ਜਾਂ ਕੁਝ ਪੁੱਛਣਾ? ਸੋ ਉਹਨਾਂ ਨੇ ਆਨਲਾਈਨ ਐਪਲੀਕੇਸ਼ਨ ਉਹਨਾਂ ਦੀ ਪੀਆਰ ਐਪਲੀਕੇਸ਼ਨ ਗਈ ਹੋਈ ਹੈ ਪੀਆਰ ਐਪਲੀਕੇਸ਼ਨ ਗਈ ਹੈ ਸਰ। ਆਨਲਾਈਨ ਗਈ ਸੀ ਐਪਲੀਕੇਸ਼ਨ, ਤੁਸੀਂ ਆਨਲਾਈਨ ਕੀਤੀ ਹੈ? ਪੇਪਰ ਐਪਲੀਕੇਸ਼ਨ ਹੋਊਗੀ PNP ਆਫਟਰ PNP ਤਾਂ ਪੇਪਰ ਫਾਈਲ ਪੇਪਰ ਐਪਲੀਕੇਸ਼ਨ ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ? ਟੀਵੀ sure. ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ-ਬਹੁਤ ਧੰਨਵਾਦ ਜੀ ਸਰ। Yeah, it's the same answer again. Paper applications ਦਾ ਸਾਰਿਆਂ ਦੀ ਡਿਲੇ ਹੋ ਰਹੀ ਹੈਗੀ ਆ। 2-3 ਮਹੀਨੇ ਤਾਂ ਨਾਰਮਲੀ ਲੱਗ ਜਾਂਦੇ ਆ ਤੇ ਫਾਈਲ ਨੰਬਰ ਆਉਣ ਤੇ PNP ਅਪਲਾਈ ਕਰਨ ਤੋਂ ਬਾਅਦ ਜੋ ਨਾਰਮਲ ਕੰਡੀਸ਼ਨਸ ਦੇ ਵਿੱਚ ਟ੍ਰੈਂਡ ਚੱਲ ਰਿਹਾ ਸੀਗਾ ਤੇ 15 ਮੰਥ ਉਹਨਾਂ ਦਾ ਨਾਰਮਲ ਪ੍ਰੋਸੈਸਿੰਗ ਟਾਈਮ ਸੀਗਾ ਤੇ ਐਂਡ as far as I said before, paper applications will see some delay for sure, but there is nothing to worry. ਸਿਰਫ ਜੇ ਉਹਨਾਂ ਦੇ ਸਾਰੇ ਡਾਕੂਮੈਂਟਸ ਪੂਰੇ ਨੇ, ਸਾਰਾ ਕੁਝ ਠੀਕ ਲਗਾਇਆ ਹੋਇਆ, so he will get the response from the IRCC very soon. ਜੀ ਬਿਲਕੁਲ ਸਰ। ਆਪਾਂ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਕਰ ਰਹੇ ਸੀ ਜਿਹੜੇ ਇਸ ਵਕਤ ਵੱਖ-ਵੱਖ ਕੰਟਰੀਜ਼ ਨੇ, ਉਹਦੇ ਬਾਰੇ 'ਚ ਤਾਂ ਆਪਾਂ ਅਪਡੇਸ਼ਨ ਕੀਤੀ ਆ। ਹੁਣ ਜਿਹੜੇ ਇੱਥੇ ਨੇ ਉਹਨਾਂ ਦੇ ਸਕੋਪ ਬਾਰੇ ਵੀ ਜਾਣਨਾ ਚਾਹੂੰਗੀ। ਇੱਕ ਦਰਸ਼ਕ ਪਹਿਲਾਂ ਹੋਰ ਜੁੜ ਗਏ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਸਤਿ ਸ਼੍ਰੀ ਅਕਾਲ ਜੀ। ਸਰ ਜੀ, ਮੇਰੀ ਹੁਣੇ ਗੱਲ ਹੋਈ ਸੀ HVAC ਡਿਵੀਜ਼ਨ ਬਾਰੇ। ਜੀ ਨੇ ਜਵਾਬ ਤਾਂ ਦਿੱਤਾ ਤੇ ਇੱਕ ਤਾਂ ਉਹਨਾਂ ਨੇ ਇਹ ਨਹੀਂ ਦੱਸਿਆ ਕਿ PCC ਦੀ ਲੋੜ ਹੈ ਮੇਰੇ ਕੋਲੇ। 8 ਸਾਲ ਇੰਡੀਆ ਕੰਮ ਕੀਤਾ, 2 ਸਾਲ ਦੁਬਈ ਕੰਮ ਕੀਤਾ, 1 ਸਾਲ ਕੈਨੇਡਾ ਹੋ ਗਿਆ ਮੈਨੂੰ ਵਿੱਚ। PCC ਦੀ ਮੈਨੂੰ ਲੋੜ ਹੈ ਕਿ ਨਹੀਂ, ਉਹ ਨਹੀਂ ਜਵਾਬ ਦਿੱਤਾ ਵੀਰ ਜੀ ਨੇ। ਜੀ ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ-ਬਹੁਤ ਧੰਨਵਾਦ ਜੀ ਸਰ। So for the temporary resident application you don't need the PCC. ਜੀ ਬਿਲਕੁਲ, ਉਹਨਾਂ ਨੇ ਵਰਕ ਪਰਮਿਟ ਲਈ ਉਹ ਗੱਲ ਕਰ ਰਹੇ ਸੀਗੇ। ਬਿਲਕੁਲ, ਥੈਂਕ ਯੂ ਸੋ ਮਚ ਜੀ, ਜਵਾਬ ਦਿੱਤਾ ਤੁਸੀਂ। ਆਪਾਂ ਗੱਲ ਕਰ ਰਹੇ ਸੀ ਇੰਟਰਨੈਸ਼ਨਲ ਸਟੂਡੈਂਟਸ ਦੀ। ਸਰ, ਉਹਨਾਂ ਦਾ ਕੀ ਸਕੋਪ ਹੋ ਸਕਦਾ ਇਸ ਟਾਈਮ ਇੱਥੇ ਜਿਹੜੇ ਤੱਕ ਹੋਏ ਨੇ? ਉਹਨਾਂ ਦੀਆਂ ਜੌਬਸ ਇਸ ਵਕਤ ਜਾ ਚੁੱਕੀਆਂ ਨੇ। ਕਈ ਐਵੇਂ ਦੇ ਸਟੂਡੈਂਟਸ ਵੀ ਨੇ, ਖਾਸ ਤੌਰ ਤੇ ਓਨਟਾਰੀਓ ਦੀ ਅਸੀਂ ਗੱਲ ਕਰੀਏ ਕਿ ਇੱਥੇ PNP ਬਹੁਤ ਮੁਸ਼ਕਿਲ ਹੁੰਦੀ ਜਾ ਰਹੀ ਆ। ਜੌਬਸ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਪੁਆਇੰਟਸ ਪੂਰੇ ਨਹੀਂ ਹੋ ਪਾ ਰਹੇ। ਜੇ ਮੈਂ ਕੈਲਗਰੀ ਦੀ ਗੱਲ ਕਰਾਂ, ਅਜਿਹੇ ਸਟੂਡੈਂਟਸ ਲਈ ਕੀ ਕੈਲਗਰੀ ਦੇ ਵਿੱਚ ਕੋਈ ਬੈਟਰ ਆਪਸ਼ਨ ਹੋ ਸਕਦਾ, ਚਾਹੇ ਉਹ PNP ਦੇ ਜ਼ਰੀਏ ਹੋਵੇ, ਚਾਹੇ ਕਿਸੇ ਹੋਰ ਵੇ ਦੇ ਨਾਲ ਉਹਨਾਂ ਦੀ PR ਦੀ ਗੱਲ ਹੋਵੇ? So like you're asking about the students. ਮੈਂ ਸਾਰੇ ਸਟੂਡੈਂਟਸ ਜੋ ਵੀ ਸੁਣ ਰਹੇ ਮੈਂ ਉਹਨਾਂ ਨੂੰ ਮੈਸੇਜ ਦੇਣਾ ਚਾਹਾਂਗਾ ਕਿ ਡੋਂਟ ਵਰੀ। ਜਿਹੜੇ ਵੀ ਸਟੂਡੈਂਟਸ ਇੱਥੇ ਆਏ ਨੇ ਤੇ they will find the way to settle here. ਇੰਡੀਅਨ ਗਵਰਨਮੈਂਟ ਨਹੀਂ ਚਾਹੁੰਦੀ ਕਿ ਸਟੂਡੈਂਟਸ ਇੱਥੇ ਆਇਆ, ਇੱਥੇ ਸਟੱਡੀ ਕੀਤੀ ਆ, ਇੱਥੋਂ ਦਾ ਜੌਬ ਐਕਸਪੀਰੀਅੰਸ ਉਹਨਾਂ ਦਾ ਹੈਗਾ ਹੁਣ ਤੇ ਉਹ ਬਾਹਰ ਜਾਣ ਕੈਨੇਡਾ 'ਚੋਂ। ਸੋ ਜਿੱਦਾਂ ਟਾਈਮ ਚੇਂਜ ਹੋ ਰਿਹਾ, ਨਿਊ ਰੂਲਸ ਆ ਰਹੇ ਨੇ, ਵਿਲ ਸੀ ਦੈਟ। ਪਹਿਲਾਂ ਆਪਾਂ ਦੇਖ ਰਹੇ ਸੀ ਕਿ ਜਿਹੜਾ ਐਕਸਪ੍ਰੈਸ ਐਂਟਰੀ ਦਾ ਡਰਾ ਸੀਗਾ ਉਹ ਕਦੇ ਵੀ ਆਈ ਗੈਸ 440 ਜਾਂ 470 ਤੇ ਨਾਰਮਲੀ ਚੱਲ ਰਿਹਾ ਸੀਗਾ, ਰਾਈਟ? ਤੇ ਹੁਣ ਆਪਾਂ ਦੇਖਿਆ ਕਿ ਕੈਨੇਡੀਅਨ ਗਵਰਨਮੈਂਟ ਨੇ ਟਾਰਗੇਟ ਕੀਤਾ ਸਟੂਡੈਂਟਸ ਨੂੰ ਤੇ ਡਰਾ ਜਿਹੜਾ ਬਹੁਤ ਆਇਆ 428 ਤੱਕ, ਆਈ ਗੈਸ 431 ਤੱਕ ਆ ਗਿਆ। ਤੇ ਉਹਦੇ ਵਿੱਚ ਕੁਝ ਡਰਾ ਨਿਕਲੇ ਜਿਨ੍ਹਾਂ ਵਿੱਚ ਉਹਨਾਂ ਨੇ PNP ਕੈਂਡੀਡੇਟਸ ਨੂੰ ਟਾਰਗੇਟ ਕੀਤਾ ਸੀਗਾ। ਉਹਨਾਂ ਦਾ ਸੈਪਰੇਟ ਡਰਾ ਕੱਢਿਆ ਸੀ ਆਈ ਗੈਸ, ਤੇ ਉਹਦੇ ਵਿੱਚ ਅਰਾਊਂਡ 300 ਕੁਛ ਦੇ ਮਾਰਕ ਵਿੱਚ ਸੀਗੇ ਸਕੋਰ। ਤੇ ਐਂਡ ਦੀ ਅਦਰ ਥਿੰਗ ਕਿ ਜਿਹੜੀਆਂ ਹੁਣ ਪ੍ਰੋਵਿੰਸਿਸ ਹੈਗੀਆਂ ਉਹ ਵੀ ਟਾਰਗੇਟ ਕਰ ਰਹੀਆਂ, ਉਹ ਵੀ ਇਨਵੀਟੇਸ਼ਨਸ ਭੇਜ ਰਹੀਆਂ ਸਟੂਡੈਂਟਸ ਨੂੰ ਜਿਨ੍ਹਾਂ ਦੀ ਪ੍ਰੋਫਾਈਲ ਬਣੀ ਹੋਈ ਆ ਸੈਂਟਰੀ ਦੇ ਵਿੱਚ, ਜਿਨ੍ਹਾਂ ਦਾ ਸਕੋਰ ਅਰਾਊਂਡ 300 ਤੋਂ 370 ਮਾਰਕਸ ਦੇ ਵਿੱਚ ਹੈਗਾ ਤੇ ਉਹ ਪ੍ਰੋਵਿੰਸ ਦਾ ਐਕਸਪੀਰੀਅੰਸ ਹੈਗਾ। ਜਿੱਦਾਂ ਕਿ ਅਲਬਰਟਾ ਦਾ ਸਟੱਡੀ ਚਾਹੇ ਬਾਹਰ ਕੀਤੀ ਹੈ, ਪਰ ਅਲਬਰਟਾ ਦੇ ਵਿੱਚ ਉਹਨਾਂ ਦਾ ਐਕਸਪੀਰੀਅੰਸ ਹੋ ਚੁੱਕਿਆ। ਸੋ ਦੀ ਪ੍ਰੋਵਿੰਸਿਸ ਆਰ ਟਾਰਗੇਟਿੰਗ ਦੈਮ ਆਲਸੋ। ਐਂਡ ਇਨ ਰਿਗਾਰਡਸ ਟੂ ਦੈਟ ਮੈਂ ਸਟੂਡੈਂਟਸ ਨੂੰ ਇਹੀ ਕਹਾਂਗਾ ਕਿ they just keep focus on their job, so ਉਹ ਵਧੀਆ ਕੰਮ ਕਰਨ, ਵਧੀਆ ਆਪਦੀ ਮਿਹਨਤ ਲਾ ਕੇ ਜੌਬਸ ਕਰਨ ਤੇ they will get the PR in Canada for sure. There are going to be so many ways around, and Canada government ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਨਾ ਕੋਈ ਇੱਦਾਂ ਦੀ ਓਪਰਚੁਨਿਟੀਜ਼ ਉਹਨਾਂ ਲਈ ਲੈ ਕੇ ਆਉਂਦੀ ਰਹੇਗੀ। ਇੱਕ ਛੋਟੇ ਜਿਹੇ ਆਪਾਂ ਬ੍ਰੇਕ ਲਈ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ ਬਾਕੀ ਅਪਡੇਸ਼ਨਸ ਦੀ ਗੱਲ ਅਸੀਂ ਜ਼ਰੂਰ ਕਰਾਂਗੇ, ਨਾਲ ਦੀ ਨਾਲ ਸਵਾਲਾਂ ਦੇ ਵੀ ਜਵਾਬ ਦੇਵਾਂਗੇ ਜਿਹੜੇ ਵੀ ਇਸ ਵਕਤ ਦਰਸ਼ਕ ਸਾਨੂੰ ਦੇਖ ਰਹੇ ਨੇ। ਜੇ ਤੁਹਾਡਾ ਕੋਈ ਸਵਾਲ ਹੈਗਾ ਸਾਨੂੰ ਲਾਈਵ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ, ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇਮੀਗ੍ਰੇਸ਼ਨ ਇੰਕ ਕੈਨੇਡਾ ਦੇ ਇਮੀਗ੍ਰੇਸ਼ਨ ਮੈਟਰਸ ਲਈ ਚੁਣੋ ਹਮੇਸ਼ਾ ਭਰੋਸੇਮੰਦ ਅਤੇ ਕੈਨੇਡਾ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਕੰਸਲਟੈਂਟ
ਕਿਉਂਕਿ ਸਵਾਲ ਤੁਹਾਡੀ ਜ਼ਿੰਦਗੀ ਦਾ ਹੈ। ਕੈਨੇਡਾ ਲਈ ਸਟੂਡੈਂਟ ਵੀਜ਼ਾ, ਵਰਕ ਪਰਮਿਟ, ਵਿਜ਼ਟਰ ਵੀਜ਼ਾ, ਪੀਆਰ ਐਪਲੀਕੇਸ਼ਨ, ਪੀਐਨਪੀ, ਫੈਮਿਲੀ ਸਪਾਂਸਰਸ਼ਿਪ, ਸਿਟੀਜ਼ਨਸ਼ਿਪ, ਇੰਡੀਅਨ ਵੀਜ਼ਾ, यूएस ਵੀਜ਼ਾ ਜਾਂ ਫਿਰ ਇਮੀਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਸਲਾਹ ਲਈ ਅੱਜ ਹੀ ਸੰਪਰਕ ਕਰੋ ਪੈਂਜੀਆ ਇਮੀਗ੍ਰੇਸ਼ਨ ਇੰਕ ਦੇ ਰਮਨ ਧਾਲੀਵਾਲ ਨਾਲ, ਜੋ ਕਿ RCIC ਦੇ ਨਾਲ CAPIC ਦੇ ਵੀ ਮੈਂਬਰ ਹਨ। ਫੋਨ 403 672 1313 403 672 1313। ਟਿਕਟੌਕ ਤੇ ਬੰਦ ਹੋਣ ਤੇ ਹੁਣ ਤੁਹਾਨੂੰ ਮਾਯੂਸ ਹੋਣ ਦੀ ਲੋੜ ਨਹੀਂ, ਕਿਉਂਕਿ ਐਂਡਰੋਇਡ ਫੋਨ ਦੇ ਵਿੱਚ ਆ ਚੁੱਕੀ ਹੈ ਇੱਕ ਹੋਰ ਨਵੀਂ ਐਪ voxo.ca। ਬਿਲਕੁਲ ਟਿਕਟੌਕ ਵਰਗੇ ਫੀਚਰਸ ਜਿਵੇਂ ਕਿ ਵੀਡੀਓ ਅਪਲੋਡਿੰਗ, ਵੀਡੀਓ ਸ਼ੇਅਰਿੰਗ, ਇਮੇजेस ਸ਼ੇਅਰਿੰਗ, ਫੇਸਬੁੱਕ ਦੀ ਤਰ੍ਹਾਂ ਹੀ ਆਪਣੇ ਮਨਪਸੰਦ ਲੋਕਾਂ ਨੂੰ ਕਰੋ ਫੋਲੋ, ਰਿਕਾਰਡ ਔਨ ਕੈਮਰਾ, ਟਿਕਟੌਕ ਵਰਗਾ ਟੈਲੈਂਟ ਸੈਕਸ਼ਨ, YouTube ਸ਼ੇਅਰਿੰਗ, ਇੰਡੀਆ ਦੀ ਨੰਬਰ 1 ਐਪ, ਲਾਈਵ ਵੀਡੀਓ, यूजर अपनी वीडियो खुद बना सकते ने। इस तो इलावा YouTube की तरह अपना खुद का चैनल भी क्रिएट कर सकते हो। आज ही अपने एंड्रॉइड फोन से डाउनलोड करो यह ऐप voxo.ca। ਜੇ ਤੁਸੀਂ ਆਪਣੇ ਬੱਚਿਆਂ ਲਈ ਜਾਂ ਆਪਣੇ ਭੈਣ ਭਰਾ ਲਈ ਜਾਂ ਪਰਿਵਾਰ ਦੇ ਕਿਸੇ ਵੀ ਮੈਂਬਰ ਲਈ ਰਿਸ਼ਤੇ ਲੱਭ ਰਹੇ ਹੋ ਤੇ ਸਾਡਾ ਪ੍ਰੋਗਰਾਮ ਦੇਖੋ ਵਿਚੋਲਾ ਹਰ ਰੋਜ਼ ਹਮਦਰਦ ਟੀਵੀ ਤੇ। ਜੇ ਕਿਸੇ ਵੀ ਕਾਰਨ ਕਰਕੇ ਤੁਹਾਡਾ ਪ੍ਰੋਗਰਾਮ ਦੇਖਣੋਂ ਰਹਿ ਜਾਂਦਾ ਹੈ ਤਾਂ ਤੁਸੀਂ YouTube ਤੇ ਜਾ ਕੇ ਹਮਦਰਦ ਮੀਡੀਆ ਗਰੁੱਪ ਦੇ ਪੇਜ ਤੇ ਵਿਚੋਲਾ ਪ੍ਰੋਗਰਾਮ ਦੇਖ ਸਕਦੇ ਹੋ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ ਜੀ। ਤੇ ਅੱਜ ਗੱਲਬਾਤ ਅਸੀਂ ਕਰ ਰਹੇ ਹਾਂ ਕੈਨੇਡੀਅਨ ਇਮੀਗ੍ਰੇਸ਼ਨ ਦੇ ਬਾਰੇ ਵਿੱਚ ਕੀ ਨਵੀਂ ਅਪਡੇਸ਼ਨ ਆਈ ਹੈ, ਤੁਹਾਨੂੰ ਇਹਦੀ ਜਾਣਕਾਰੀ ਦੇ ਰਹੇ ਹਾਂ। ਸੋ ਜੇਕਰ ਤੁਹਾਡਾ ਵੀ ਕੋਈ ਸਵਾਲ ਹੈ ਸਾਨੂੰ ਕਾਲ ਕਰਕੇ ਤੁਸੀਂ ਆਪਣਾ ਸਵਾਲ ਰੱਖ ਸਕਦੇ ਹੋ, ਕੋਸ਼ਿਸ਼ ਕਰਾਂਗੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ। ਇਸ ਵਕਤ ਸਾਡੇ ਨਾਲ ਜੀ ਜੁੜ ਚੁੱਕੇ ਨੇ ਪੈਂਜੀਆ ਇਮੀਗ੍ਰੇਸ਼ਨ ਤੋਂ ਰਮਨ ਧਾਲੀਵਾਲ ਜੀ, ਜੋ ਕਿ ਤੁਹਾਡੇ ਸਵਾਲਾਂ ਦੇ ਵੀ ਜਵਾਬ ਦੇ ਰਹੇ ਨੇ ਤੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਅਪਡੇਸ਼ਨ ਵੀ ਦੇ ਰਹੇ ਨੇ। ਸਰ ਪਹਿਲੇ ਕਾਲਰ ਸਾਡੇ ਇੱਕ ਹੋਰ ਜੁੜ ਚੁੱਕੇ ਨੇ, ਬ੍ਰੇਕ ਤੋਂ ਬਾਅਦ ਉਹਨਾਂ ਦਾ ਸਵਾਲ ਲੈ ਲਈਏ ਪਹਿਲਾਂ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਦੀਦੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਮੈਮ? ਮੈਂ ਜੀ ਟੋਬੀਕੋ ਤੋਂ ਬੋਲ ਰਹੀ ਸੀ। ਕਰਨੀ ਜੀ ਤੁਹਾਡਾ ਪ੍ਰੋਗਰਾਮ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਤੇ ਮੈਂ ਆਲਵੇਜ਼ ਆਪਣਾ ਕੰਮ ਛੱਡ ਕੇ ਤੁਹਾਡਾ ਪ੍ਰੋਗਰਾਮ ਹਮੇਸ਼ਾ ਦੇਖਦੀ ਹਾਂ ਜੀ। ਥੈਂਕ ਯੂ ਸੋ ਮਚ। ਮੇਰਾ ਕੁਐਸਚਨ ਸੀ ਮੈਮ। ਜੀ ਰੱਖੋ ਸਵਾਲ ਜੀ, ਰੱਖੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਮੈਮ ਮੈਂ ਉਹ ਪੁੱਛਦੀ ਸੀਗੀ ਵੀ ਆਪਣਾ ਮੈਂ ਨਾ ਸਿਟੀਜ਼ਨ ਦੇ ਪੇਪਰ ਭਰੇ ਹੋਏ ਸੀ ਜੀ, ਉਹ ਮੇਰਾ ਕੇਸ ਨਾ ਪ੍ਰੋਸੈਸਿੰਗ ਦੇ ਵਿੱਚ ਚੱਲ ਰਿਹਾ ਵੀ ਉਹਦੇ ਬਾਰੇ ਮੈਨੂੰ ਕੁਝ ਪਤਾ ਚੱਲੂਗਾ ਵੀ ਕਦੋਂ ਸਿਟੀਜ਼ਨ ਮਤਲਬ ਮਿਲੂਗੀ? ਜੀ ਰਮਨ ਜੀ, ਆਪਾਂ ਕੁਝ ਪੁੱਛਣਾ ਚਾਹੁੰਦੇ ਹਾਂ ਜਾਂ ਫਿਰ ਟੀਵੀ ਸਕਰੀਨ ਤੇ ਆਨਸਰ ਦਈਏ? I need to know when she did the application. ਮੈਮ ਤੁਸੀਂ ਐਪਲੀਕੇਸ਼ਨ ਕਦੋਂ ਕੀਤੀ ਸੀ, ਕਿੰਨਾ ਟਾਈਮ ਹੋ ਗਿਆ? ਮੈਮ ਮੇਰੀ ਐਪਲੀਕੇਸ਼ਨ ਕੀਤੀ ਤਾਂ ਕਿ ਮੈਮ ਨਵੰਬਰ ਚ ਕੀਤੀ ਸੀ ਜੀ ਮੇਰੇ ਖਿਆਲ ਚ। ਨਵੰਬਰ ਦੇ ਵਿੱਚ? ਹਾਂ 22 ਨਵੰਬਰ ਆਈ ਥਿੰਕ ਮੈਂ ਕੀਤੀ ਸੀ ਜੀ। ਤੇ ਉਸ ਤੋਂ ਬਾਅਦ ਮੈਂ 13 ਫਰਵਰੀ ਨੂੰ ਉਹਨਾਂ ਨੇ ਮੇਰਾ ਕੇਸ ਹੈ ਜਿਹੜਾ ਪ੍ਰੋਸੈਸਿੰਗ ਦੇ ਵਿੱਚ ਪਾਇਆ ਸੀ ਜੀ। ਜੀ ਓਕੇ ਮੈਮ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਤੁਹਾਡਾ ਕੁਐਸਚਨ ਇਹੀ ਹੈ ਕਿ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਤੁਸੀਂ ਆਪਦੀ ਐਪਲੀਕੇਸ਼ਨ ਬਾਰੇ ਅਪਡੇਟਸ ਕਿੱਦਾਂ ਜਾਣ ਸਕਦੇ ਹੋ, ਰਾਈਟ? ਤੇ ਉਹ ਤੁਸੀਂ IRCC ਦੀ ਵੈਬਸਾਈਟ ਤੇ ਜਾ ਕੇ ਆਪਾਂ ਆਪਦਾ ਸਟੇਟਸ ਚੈੱਕ ਕਰ ਸਕਦੇ ਹੁੰਦੇ ਆ। ਜੇ ਕੋਈ ਵੀ ਅਪਡੇਟ ਆਉਂਦੀ ਹੈ ਤਾਂ ਉੱਤੇ ਆਪਾਂ ਨੂੰ ਸਟੇਟਸ ਦਾ ਪਤਾ ਲੱਗ ਜਾਂਦਾ। ਤੇ ਤੁਸੀਂ ਆਪਦਾ ਜੋ ਵੀ ਈਮੇਲ ਦਿੱਤਾ ਹੈਗਾ, ਮੋਸਟ ਆਫ ਦੀ ਕੋਰਸਪੋਂਡੈਂਸ ਅੱਜ ਕੱਲ੍ਹ ਈਮੇਲ ਦੇ ਥਰੂ ਕਰਦੀ ਹੈਗੀ IRCC, ਤੇ ਆਪਦੀ ਈਮੇਲ ਰੈਗੂਲਰਲੀ ਚੈੱਕ ਕਰਦੇ ਰਹੋ। ਕੋਈ ਜੰਕ ਫੋਲਡਰ ਵੀ ਜ਼ਰੂਰ ਚੈੱਕ ਕਰੋ, ਸਪੈਮ ਕਈ ਵਾਰੀ ਉਹਦੇ ਵਿੱਚ ਆ ਜਾਂਦੀ ਹੈ ਈਮੇਲ। ਤੇ ਐਂਡ ਦੀ ਅਦਰ ਥਿੰਗ, ਤੁਸੀਂ ਸਟੇਟਸ ਵੀ ਜਾ ਕੇ ਚੈੱਕ ਕਰ ਸਕਦੇ ਹੋ, ਉੱਥੇ ਵੀ ਤੁਹਾਨੂੰ ਪਤਾ ਲੱਗ ਜੂ ਕਿ ਉਸ ਤੋਂ ਬਾਅਦ ਤੁਹਾਨੂੰ ਕੋਈ ਵੀ ਉਹਨਾਂ ਨੇ ਲੈਟਰ ਵਗੈਰਾ ਸੈਂਡ ਕੀਤੀ ਆ ਜਾਂ ਨਹੀਂ। ਜੀ ਬਿਲਕੁਲ। ਵੈਸੇ ਸਰ ਜੇ ਆਪਾਂ ਗੱਲ ਕਰੀਏ ਹੁਣ ਜੇ ਸਿਟੀਜ਼ਨਸ ਦੀਆਂ ਫਾਈਲਸ ਨੂੰ ਕਿੰਨਾ ਕੁ ਟਾਈਮ ਲੱਗ ਜਾਂਦਾ ਪ੍ਰੋਸੈਸਿੰਗ ਨੂੰ? ਇਟਸ 12 ਮੰਥਸ ਨਾਰਮਲ ਪ੍ਰੋਸੈਸਿੰਗ ਟਾਈਮ ਸੀਗਾ ਕੋਵਿਡ ਦੀ ਸਿਚੁਏਸ਼ਨ ਤੋਂ ਪਹਿਲਾਂ। ਬਸ 12 ਮੰਥਸ ਮਤਲਬ ਲਗਭਗ 1 ਸਾਲ। ਜੀ ਇੱਕ ਦਰਸ਼ਕ ਸਾਡੇ ਨਾਲ ਹੋਰ ਜੁੜ ਗਏ ਨੇ, ਉਹਨਾਂ ਦਾ ਵੀ ਸਵਾਲ ਲੈ ਲਈਏ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਮੈਮ? ਮੈਂ ਬਰਮਟਨ ਤੋਂ ਬੋਲਦੀ ਸੀ ਭੈਣ ਜੀ। ਅਸੀਂ ਨਾ ਮੇਰੇ ਬੇਟੇ ਦਾ ਸ਼ਾਦੀ ਹੋਈ ਸੀਗੀ ਜਨਵਰੀ ਚ, ਤਾਂ ਅਸੀਂ ਅਪਲਾਈ ਕੀਤਾ ਸੀ। ਹਜੇ ਉਹਨਾਂ ਨੇ ਨਾ ਸਾਨੂੰ ਆਨਸਰ ਜਿਹਾ ਨਹੀਂ ਦਿੱਤਾ ਹੈਗਾ, ਤੇ ਉਹ ਪੁੱਛਣਾ ਸੀ ਇਹਨਾਂ ਕੋਲ। ਮੈਮ ਕਿਸ ਚੀਜ਼ ਦਾ ਅਪਲਾਈ ਕੀਤਾ ਸੀ? ਬੇਟੇ ਦਾ ਕੀਤਾ ਸੀ ਜਾਂ ਡਾਟਰ ਇਨ ਲਾ ਦਾ? ਨਹੀਂ ਡਾਟਰ ਇਨ ਲਾ ਦਾ। ਹਾਂਜੀ, ਸ਼ਾਦੀ ਮੈਰਿਜ ਬੇਸ ਤੇ। ਜੀ ਹਾਂਜੀ, ਜਨਵਰੀ ਚ ਅਪਲਾਈ ਕੀਤਾ ਸੀ। ਤੁਸੀਂ ਕਹਿ ਰਹੇ ਹੋ ਕਿ ਹਜੇ ਤੱਕ ਕੋਈ ਰਿਪਲਾਈ ਨਹੀਂ ਆਇਆ ਉਹਨਾਂ ਦਾ, ਕੋਈ ਜਵਾਬ ਨਹੀਂ ਆਇਆ? ਕੋਈ ਫਾਈਲ ਨੰਬਰ ਨਹੀਂ ਸਾਨੂੰ ਭੇਜਿਆ, ਕੋਈ ਕੁਛ ਨਹੀਂ ਭੇਜਿਆ, ਕੋਈ ਦੱਸਿਆ ਨਹੀਂ ਹੈਗਾ ਵੀ ਅਸੀਂ ਕਿਹਾ ਵੀ ਸ਼ਾਇਦ ਪੁੱਛ ਲਈ ਵੀ ਉੱਥੇ ਕੰਮ ਚੱਲਦਾ ਜਾ ਕੇ ਨਹੀਂ ਚੱਲਦਾ ਇਮੀਗ੍ਰੇਸ਼ਨ ਦਾ। ਜੀ ਰਮਨ ਜੀ, ਆਪਾਂ ਇਨ ਕੈਨੇਡਾ
ਇਨ ਕੈਨੇਡਾ ਆਊਟ ਸੀ ਅਪਲਾਈ ਕੀਤਾ ਮੈਮ ਕਿ ਤੁਸੀਂ ਆਊਟ ਆਫ ਕੈਨੇਡਾ ਸੀ ਉਹਨਾਂ ਦੇ ਤੁਸੀਂ ਇਨ ਕੈਨੇਡਾ ਅਪਲਾਈ ਕੀਤਾ ਜਾਂ ਕੈਨੇਡਾ ਤੋਂ ਬਾਹਰ ਅਪਲਾਈ ਕੀਤਾ? ਨਹੀਂ ਨਹੀਂ ਇਨ ਕੈਨੇਡਾ ਇਨ ਕੈਨੇਡਾ ਜੀ। ਲਾਈਕ ਉਹਨਾਂ ਦੇ ਜਿਹੜੇ ਉਹ ਜਿਨ੍ਹਾਂ ਨੇ ਸ਼ਾਦੀ ਹੋਈ ਆ ਇੱਧਰ ਪੀਆਰ ਲੈਣੀ ਆ ਉਹ ਕੈਨੇਡਾ ਦੇ ਵਿੱਚ ਆਲਰੇਡੀ ਹੈਗੇ ਨੇ ਜਾਂ ਮੈਮ ਉਹ ਜਿਹੜੇ ਆਊਟ ਆਫ ਤੁਹਾਡੇ ਕੈਨੇਡਾ? ਡਾਟਰ ਇਨ ਲਾ ਨੇ ਉਹ ਕੈਨੇਡਾ ਵਿੱਚ ਹੈਗੇ ਨੇ ਜਾਂ ਇੰਡੀਆ ਦੇ ਵਿੱਚ ਨੇ ਜਾਂ ਕਿਤੇ ਹੋਰ? ਹਾਂਜੀ ਇੰਡੀਆ ਚ ਬੈਕ ਹੋਮ ਹਾਂਜੀ ਉਹ ਇੰਡੀਆ ਚ ਨੇ ਜੀ। ਬੈਕ ਹੋਮ ਆਏ ਸੀ ਤਾਂ ਸਪਾਊਸ ਵੀਜ਼ਾ ਜੀ ਅਪਲਾਈ ਕੀਤਾ ਹੋਇਆ ਉਹਨਾਂ ਨੇ ਤੇ ਹਜੇ ਤੱਕ ਉਹਨਾਂ ਦੀ ਕੋਈ ਫਾਈਲ ਨੰਬਰ ਨਹੀਂ ਵਗੈਰਾ ਜੋ ਆਇਆ ਹੈਗਾ। ਕੀ ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ ਸਰ? ਹਾਂਜੀ ਹਾਂ। ਕੁਝ ਹੋਰ ਤਾਂ ਨਹੀਂ ਪੁੱਛਣਾ? ਨਹੀਂ ਬਸ ਹਾਂਜੀ। ਨਹੀਂ ਮੈਂ ਰਮਨ ਜੀ ਨੂੰ ਪੁੱਛ ਰਹੀ ਹਾਂ। ਰਮਨ ਜੀ ਤੁਸੀਂ ਕੁਝ ਹੋਰ ਪੁੱਛਣਾ ਜਾਂ ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ? ਨਹੀਂ ਇਟਸ ਗੁੱਡ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਹਾਂਜੀ ਵੈਸੇ ਜਿੱਦਾਂ ਕਹਿ ਚੁੱਕੇ ਹਾਂ ਆਲਰੇਡੀ ਡਿਲੇ ਤਾਂ ਚੱਲ ਰਹੀ ਹੈਗੀ ਐਪਲੀਕੇਸ਼ਨਸ ਬਟ 6 months is a really good time to inquire about their case from IRCC। ਸੋ ਆਪਾਂ ਉਹਨਾਂ ਨੂੰ ਈਮੇਲ ਕਰਕੇ ਉਹਨਾਂ ਤੋਂ ਜਾਂ ਇੱਕ ਹੋਰ ਵੈਬ ਫਾਰਮ ਦੇ ਥਰੂ ਇਨਕੁਆਇਰੀ ਕਰ ਸਕਦੇ ਹੁੰਦੇ ਆ ਤੇ ਜੇ ਇਸ ਦੇ ਰਿਗਾਰਡਿੰਗ ਉਹ ਗੱਲ ਕਰਨਾ ਚਾਹੁੰਦੇ ਆ ਤਾਂ ਸ਼ੀ ਕੈਨ ਕਾਲ ਆਵਰ ਆਫਿਸ ਐਂਡ ਵੀ ਕੈਨ ਹੈਲਪ ਹਰ। ਬਿਲਕੁਲ ਸਰ। ਸਟੂਡੈਂਟਸ ਦੀ ਆਪਾਂ ਗੱਲ ਕਰ ਰਹੇ ਸੀ। ਇੱਕ ਗੱਲ ਜ਼ਰੂਰਤ ਹੈ ਕਿ ਤੁਸੀਂ ਕਿਹਾ ਕਿ ਕੈਨੇਡਾ ਸਰਕਾਰ ਨਹੀਂ ਚਾਹੁੰਦੀ ਕਿ ਜਿਨ੍ਹਾਂ ਨੇ ਕੈਨੇਡਾ ਵਿੱਚ ਸਟੱਡੀ ਕੀਤੀ ਹੈ ਤਾਂ ਇੱਥੋਂ ਦਾ ਐਕਸਪੀਰੀਅੰਸ ਲਿਆ ਕੇ ਉਹ ਵਾਪਸ ਜਾਵੇ। ਬਹੁਤ ਵਾਰੀ ਮੈਂ ਇਮੀਗ੍ਰੇਸ਼ਨ ਕੰਸਲਟੈਂਟਸ ਨਾਲ ਕੰਮ ਕਰਦੀ ਹਾਂ, ਉਹਨਾਂ ਨਾਲ ਗੱਲਬਾਤ ਕਰਦੀ ਹਾਂ ਤਾਂ ਉਹ ਮੋਸਟਲੀ ਇਹੀ ਕਹਿੰਦੇ ਆ ਕਿ ਇਸ ਵਕਤ ਪੈਨਿਕ ਕਰ ਦਿੰਦੇ ਆ ਸਟੂਡੈਂਟਸ ਨੂੰ। ਫਸਟ ਟਾਈਮ ਹੈ ਕਿ ਤੁਸੀਂ ਥੋੜ੍ਹਾ ਜਿਹਾ ਪੋਜ਼ੀਟਿਵ ਉਹਨਾਂ ਨੂੰ ਰਿਸਪੌਂਸ ਦਿੱਤਾ ਹੈ ਕਿ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ। ਕੋਈ ਹੋਰ ਟਿਪ ਐਵੇਂ ਦਾ ਦੇਣਾ ਚਾਹੋਗੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਜੋ ਇਸ ਵਕਤ ਇੱਥੇ ਆਪਣੀ ਪੀਆਰ ਦੇ ਲਈ ਸਟਰਗਲ ਕਰ ਰਹੇ ਨੇ? ਹਾਂਜੀ ਬਿਲਕੁਲ। ਕਈ ਵਾਰ ਕੀ ਹੁੰਦਾ ਕਿ ਸਟੂਡੈਂਟਸ ਐਕਸਪੀਰੀਅੰਸ ਦਾ 1 ਸਾਲ ਦਾ ਪਰ ਉਹ ਆਪਦੀ ਪ੍ਰੋਫਾਈਲ ਨਹੀਂ ਬਣਾਉਂਦੇ। ਉਹ ਸੋਚਦੇ ਆ ਕਿ ਹਜੇ ਹੋਰ ਐਕਸਪੀਰੀਅੰਸ ਹੋ ਜੇ ਜਾਂ ਆਇਲਸ ਕਰਨ ਵਿੱਚ ਡਿਲੇ ਕਰ ਦਿੰਦੇ ਆ ਅਤੇ ਉਹ ਸਭ ਨੂੰ ਇਹੀ ਐਡਵਾਈਸ ਆ ਕਿ ਜਿਹੜਾ ਇੱਕ ਤਾਂ ਆਇਲਸ ਹੈਗਾ ਉਹ ਆਪਦਾ ਅਪਡੇਟ ਰੱਖੋ। ਉਹਨੂੰ ਜਦੋਂ ਵੀ ਟਾਈਮ ਮਿਲਦਾ ਆਇਲਸ ਕਰਕੇ ਜਦੋਂ ਹੀ ਉਹਨਾਂ ਦਾ 1 ਸਾਲ ਦਾ ਸਕਿਲਡ ਦਾ ਵਰਕ ਐਕਸਪੀਰੀਅੰਸ ਹੋ ਜਾਂਦਾ ਤਾਂ ਆਪਦੀ ਪ੍ਰੋਫਾਈਲ ਐਕਸਪ੍ਰੈਸ ਐਂਟਰੀ ਦੀ ਜ਼ਰੂਰ ਬਣਾਉਣ। ਜਦੋਂ ਐਕਸਪ੍ਰੈਸ ਐਂਟਰੀ ਦੇ ਪ੍ਰੋਫਾਈਲ ਬਣੂਗੀ ਉਸ ਤੋਂ ਹੀ ਉਹਨਾਂ ਦੇ ਚਾਂਸ ਬਣਨੇ ਹੈਗੇ ਆ ਇਨਵੀਟੇਸ਼ਨ ਆਉਣ ਦੇ ਅਤੇ ਪੀਆਰ ਦੇ। ਅਤੇ ਆਲ ਸੇ ਦੇ ਮਸਟ ਗੋ ਫਾਰ ਦੇਅਰ ਪ੍ਰੋਫਾਈਲ। ਜੇ ਉਹਨਾਂ ਨੂੰ ਪ੍ਰੋਫਾਈਲ ਬਣਾਉਣ ਦੇ ਵਿੱਚ ਕੋਈ ਹੈਲਪ ਚਾਹੀਦੀ ਹੈ, ਕੋਈ ਐਡਵਾਈਸ ਚਾਹੀਦੀ ਹੈ ਅਤੇ ਉਹ ਕਦੋਂ ਵੀ ਆਪਣੇ ਆਫਿਸ ਵਿੱਚ ਕਾਲ ਕਰ ਸਕਦੇ ਨੇ। ਬਿਲਕੁਲ ਜੀ। ਮੈਂ ਸਟੂਡੈਂਟਸ ਦੇ ਨਾਲ ਹੁਣ ਥੋੜ੍ਹਾ ਜਿਹਾ ਵਰਕ ਪਰਮਿਟ ਹੋਲਡਰਸ ਵੱਲ ਵੀ ਜਾਣਾ ਚਾਹਾਂਗੀ। ਜਿਹੜੇ ਵਰਕ ਪਰਮਿਟ ਹੋਲਡਰਸ ਨੇ ਲਾਈਕ ਕਾਲ ਲੈ ਲਈਏ ਫਿਰ ਉਹਨਾਂ ਦੀ ਗੱਲ ਕਰਦੇ ਹਾਂ। ਹੈਲੋ ਸਤਿ ਸ਼੍ਰੀ ਅਕਾਲ ਜੀ। ਅਸੀਂ ਮੈਂਟਨ ਤੋਂ ਬੋਲਦੇ ਆ। ਮੈਂ ਪੁੱਛਣਾ ਸੀ ਕਿ ਦਿੱਲੀ ਦੇ ਵੀਜ਼ਾ ਆਫਿਸ ਆ ਉਹਨਾਂ ਨੇ ਜਿਹੜੀਆਂ ਲਾਈਕ ਪਹਿਲਾਂ ਦੀਆਂ ਐਪਲੀਕੇਸ਼ਨ ਸੀਗੀਆਂ ਉਹਨਾਂ ਨੂੰ ਪ੍ਰੋਸੈਸ ਸ਼ੁਰੂ ਕੀਤਾ ਲਾਈਕ ਵੀਜ਼ਾ ਇਸ਼ੂ ਸ਼ੁਰੂ ਕੀਤਾ ਕਿ ਨਹੀਂ ਹਲੇ? ਤੁਸੀਂ ਪੁੱਛਣਾ ਚਾਹੁੰਦੇ ਹੋ ਕਿ ਦਿੱਲੀ ਆਫਿਸ ਦੇ ਵਿੱਚ ਕੰਮ ਹੋ ਰਿਹਾ ਜਾਂ ਨਹੀਂ ਹੋ ਰਿਹਾ ਐਮਬੈਸੀ ਦੇ ਵਿੱਚ ਜਿਹੜਾ ਕੈਨੇਡੀਅਨ ਐਮਬੈਸੀ? ਕੁਛ ਲੋਕ ਕਹਿੰਦੇ ਆ ਕਿ ਖੁੱਲੇ ਜਾਂ ਕੁਛ ਨਹੀਂ ਪਰ ਮੈਂ ਇਹ ਪੁੱਛਣਾ ਚਾਹੁੰਦੀ ਕਿ ਇੱਥੇ ਵੀਜ਼ਾ ਜਿਹੜੇ ਲੋਕ ਵੀਜ਼ਾ ਲਈ ਵੇਟ ਕਰ ਰਹੇ ਆ ਉਹ ਵੀਜ਼ਾ ਉਹਨਾਂ ਨੇ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਆ ਕਿ ਨਹੀਂ? ਵਿਜ਼ਟਰ ਵੀਜ਼ਾਸ ਦੀ ਗੱਲ ਕਰ ਰਹੇ ਹੋ? ਸਪਾਊਸਲ ਜਿਹੜੀਆਂ ਫਾਈਲਸ ਹੈਗੀਆਂ। ਸਪਾਊਸਲ ਫਾਈਲਸ ਦੀ ਤੁਸੀਂ ਗੱਲ ਕਰ ਰਹੇ ਹੋ ਜੀ। ਰਮਨ ਜੀ ਆਪਾਂ ਆਨਸਰ ਦਈਏ ਇਹਨਾਂ ਨੂੰ ਟੀਵੀ ਸਕਰੀਨ ਤੇ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਹਾਂਜੀ ਇਹ ਮੇਨਲੀ ਪੁੱਛ ਰਹੇ ਹੈਗੇ ਨੇ ਕਿ ਦਿੱਲੀ ਆਫਿਸ ਦੇ ਵਿੱਚ ਪ੍ਰੋਸੈਸਿੰਗ ਹੋ ਰਹੀ ਹੈਗੀ ਹੈ ਕਿ ਨਹੀਂ। ਅਤੇ ਟੂ ਬੀ ਓਨੈਸਟ ਆਈ ਐਮ ਨਾਟ ਸ਼ੋਰ 100% ਅਬਾਊਟ the visa office what's happening internally in the offices, right? But as far I have the information that the office wasn't processing as normally, so most of the officers are working virtually from the home or and ਇਸ ਕਰਕੇ ਜਿਹੜੀਆਂ ਪੇਪਰ ਐਪਲੀਕੇਸ਼ਨ ਆ ਉਹਨਾਂ ਵਿੱਚ ਤਾਂ ਡਿਲੇ ਓਬਵੀਅਸਲੀ ਆ ਰਿਹਾ ਸੀਗਾ ਅਤੇ ਜਿਹੜੀਆਂ ਵੀ ਔਨਲਾਈਨ ਐਪਲੀਕੇਸ਼ਨਸ ਆ ਉਹ ਟੈਂਪਰੇਰੀ ਐਪਲੀਕੇਸ਼ਨਸ ਹੁੰਦੀਆਂ ਉਹ ਪ੍ਰੋਸੈਸ ਹੋ ਰਹੀਆਂ ਹੈਗੀਆਂ ਨੇ ਅਤੇ that's the only I can say। ਜੀ ਬਿਲਕੁਲ। ਨੈਕਸਟ ਸਾਡੇ ਕਾਲਰ ਜੁੜ ਗਏ ਨੇ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਜਸਪ੍ਰੀਤ ਸਿੰਘ ਬੋਲ ਰਿਹਾ ਵੈਨਕੂਵਰ ਸਰੀ ਤੋਂ। ਜੀ ਜਸਪ੍ਰੀਤ ਜੀ ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ ਦੱਸੋ ਕੀ ਪੁੱਛਣਾ? ਹਾਂਜੀ ਮੇਰਾ ਕੁਐਸਚਨ ਇਹ ਸੀਗਾ ਕਿ ਮੈਂ ਹੁਣ ਲਾਸਟ ਮੈਂ ਆਪਣਾ ਰੇਡੀਓ ਤੇ ਨਿਊਜ਼ ਸੁਣੀ ਸੀ ਕਿ ਆਪਣਾ ਅਲਬਰਟਾ ਤੇ ਵਰਕ ਪਰਮਿਟ ਦਾ ਪ੍ਰੋਸੈਸ ਬੰਦ ਹੋ ਰਿਹਾ। ਇਹ ਸਹੀ ਗੱਲ ਆ ਕਿ ਝੂਠ ਨਿਊਜ਼ ਹੈ? ਜੀ ਰਮਨ ਜੀ ਆਪਾਂ ਟੀਵੀ BC ਤੋਂ ਮੈਂ ਆਪਣਾ ਅਲਬਰਟਾ ਮੂਵ ਹੋਣ ਸੋਚ ਰਿਹਾ ਸੀ ਕਿਉਂਕਿ ਮੇਰੇ ਇੱਥੇ ਪੁਆਇੰਟ ਘੱਟ ਬਣ ਰਹੇ ਸੀਗੇ। ਜੀ ਬਿਲਕੁਲ। ਰਮਨ ਜੀ ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ ਇਹਨਾਂ ਨੂੰ? ਮੈਨੂੰ ਰਿਪੀਟ ਕਰੋ ਮੈਨੂੰ ਸਮਝ ਨਹੀਂ ਆਈ। ਪੁੱਛਣਾ ਚਾਹੁੰਦੇ ਨੇ ਕਿ ਨਿਊਜ਼ ਦੇ ਵਿੱਚ ਉਹਨਾਂ ਨੇ ਸੁਣਿਆ ਹੈ ਕਿ ਅਲਬਰਟਾ ਦੇ ਵਰਕ ਪ੍ਰੋਸੈਸ ਜਿਹੜੇ ਆ ਉਹ ਬੰਦ ਹੋਣ ਲੱਗੇ ਨੇ ਉੱਥੇ ਅਤੇ ਉਹਦੇ ਬਾਰੇ 'ਚ ਵਰਿਡ ਨੇ ਕਿ ਉਹ ਮੂਵ ਹੋਣ ਨੂੰ ਫਿਰ ਰਹੇ ਸੀ ਉੱਧਰਲੀ ਸਾਈਡ 'ਤੇ ਕੀ ਉਹਨਾਂ ਦਾ ਕੋਈ ਸਕੋਪ ਹੋਏਗਾ? ਕੋਈ ਉੱਥੇ ਵਰਕ ਐਪਲੀਕੇਸ਼ਨਸ ਬੰਦ ਤਾਂ ਨਹੀਂ ਹੋ ਰਹੀਆਂ? ਇਹਦੇ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਨੇ। ਕਿਹੜੀ ਜਗ੍ਹਾ BC ਪੁੱਛ ਰਹੇ ਕਿ ਅਲਬਰਟਾ ਦੇ ਵਿੱਚ? ਅਲਬਰਟਾ ਦੇ ਵਿੱਚ। ਓਕੇ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ ਤੁਸੀਂ। ਥੈਂਕ ਯੂ ਸੋ ਮਚ ਕਾਲ ਕਰਨ ਲਈ ਜੀ ਸਰ। Right now it's only news like there's nothing such thing like that ਕਿ ਉਹ ਬੰਦ ਹੋ ਰਹੀਆਂ ਨੇ। ਸਾਰਾ ਕੁਝ ਚੱਲ ਰਿਹਾ ਤੇ hopefully it will remain open।
ਦਰਸ਼ਕਾਂ ਨੂੰ ਇਹ ਅਪੀਲ ਜ਼ਰੂਰ ਹੈ ਕਿ ਕੋਈ ਵੀ ਸੋਸ਼ਲ ਮੀਡੀਆ ਉੱਤੇ ਜਿਹੜੀ ਵੀ ਅਫਵਾਹ ਹੁੰਦੀ ਆ ਉਹਦੇ ਤੇ ਧਿਆਨ ਨਾ ਦਿਆ ਕਰੋ। ਪਹਿਲਾਂ ਇਹਦੇ ਬਾਰੇ ਵਿੱਚ ਇਨਕੁਆਇਰੀ ਜ਼ਰੂਰ ਕਰ ਲਿਆ ਕਰੋ, ਕਿਉਂਕਿ ਤੁਹਾਡੀ ਲਾਈਫ ਦਾ ਸਵਾਲ ਹੈ ਤੇ ਕੋਈ ਵੀ ਗਲਤ ਸਟੈਪ ਨਾ ਚੁੱਕਿਆ ਜਾਵੇ। ਸਰ, ਗੱਲ ਕਰ ਰਹੇ ਸੀ ਆਪਾਂ ਵਰਕ ਪਰਮਿਟ ਹੋਲਡਰਸ ਦੇ ਬਾਰੇ ਵਿੱਚ। ਇਸ ਵਕਤ ਅਸੀਂ ਦੇਖ ਰਹੇ ਹਾਂ ਕਿ ਕਰੋਨਾ ਵਾਇਰਸ ਦੇ ਚੱਲਦਿਆਂ ਕਈਆਂ ਦੀਆਂ ਜੌਬਸ ਜਾ ਚੁੱਕੀਆਂ ਨੇ, ਜਾਂ ਕਈਆਂ ਨੂੰ ਐਮਪਲੋਇਰਸ ਕਾਫੀ ਜ਼ਿਆਦਾ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਲੱਗੇ ਨੇ, ਚਾਹੇ ਉਹਨਾਂ ਨੂੰ ਸੈਲਰੀ ਦੇ ਮਾਮਲੇ ਵਿੱਚ ਹੋਵੇ ਜਾਂ ਕਈ ਉਹਨਾਂ ਨੂੰ ਅਬਿਊਸਿਵ ਮਾਹੌਲ ਜਿਹੜਾ ਇੱਥੇ ਕ੍ਰੀਏਟ ਕੀਤਾ ਜਾ ਰਿਹਾ। ਸੋ ਇਹਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ? So that's a very critical situation if it's something happens with somebody like that. So first of all, ਕਦੇ ਵੀ ਡਰਨਾ ਨਹੀਂ ਹੈਗਾ। ਜੇ ਕਿਸੇ ਨਾਲ ਕੋਈ ਵਰਕ ਪਰਮਿਟ 'ਤੇ ਇੱਥੇ ਕੰਮ ਕਰ ਰਿਹਾ, ਉਹਦੇ ਨਾਲ ਅਬਿਊਜ਼ ਹੋ ਰਿਹਾ ਫਿਜ਼ੀਕਲੀ ਜਾਂ ਮੈਂਟਲੀ ਜਾਂ ਫਾਈਨੈਂਸ਼ਲੀ, ਤਾਂ ਉਹ ਕਦੇ ਵੀ ਇਨਫੋਰਮੇਸ਼ਨ ਡਰਨਾ ਨਹੀਂ ਹੈਗਾ ਕਿ ਮੇਰਾ PR ਨਾ ਕੈਂਸਲ ਹੋ ਜੇ ਜਾਂ ਮੇਰਾ ਟੈਂਪਰੇਰੀ ਰੈਜ਼ੀਡੈਂਸ ਨਾ ਚਲਾ ਜਾਵੇ ਜਾਂ ਮੈਨੂੰ ਫਿਰ ਕੋਈ ਇੱਥੋਂ ਡਿਪੋਰਟ ਨਾ ਕਰ ਦਿੱਤਾ ਜਾਵੇ। ਇੱਦਾਂ ਦੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਕੈਨੇਡੀਅਨ ਗੌਰਮੈਂਟ ਇਜ਼ ਵੈਰੀ ਸਪੋਰਟਿੰਗ, ਅਤੇ ਉਹ ਵਾਰ-ਵਾਰ ਆਪਦੇ ਮੀਡੀਆ ਚੈਨਲਸ ਦੇ ਥਰੂ ਇਹ ਇਨਫੋਰਮੇਸ਼ਨ ਪਹੁੰਚਾਉਣ ਦੀ ਕੋਸ਼ਿਸ਼ ਵੀ ਕਰਦੀ ਰਹਿੰਦੀ ਹੈ ਵਰਕਰਸ ਤਾਈਂ ਕਿ ਕਿਸੇ ਤਰ੍ਹਾਂ ਦਾ ਵੀ ਤੁਹਾਡੇ ਨਾਲ ਅਬਿਊਜ਼ ਹੋ ਰਿਹਾ, ਜਸਟ ਕਮ ਫਾਰਵਰਡ, ਆਓ ਅਤੇ ਤੁਹਾਡੇ ਐਵੀਡੈਂਸ ਦੇ ਨਾਲ ਤੁਸੀਂ ਅਪਲਾਈ ਕਰੋ ਅਤੇ ਤੁਹਾਨੂੰ ਓਪਨ ਵਰਕ ਪਰਮਿਟ ਦਿੱਤਾ ਜਾਵੇਗਾ। ਸੋ ਨੈਵਰ ਸਕੇਅਰ, ਅਤੇ ਜਸਟ ਕਮ ਫਾਰਵਰਡ, ਅਤੇ ਇਹ ਇਨਫੋਰਮੇਸ਼ਨ ਕਦੇ ਵੀ ਲੁਕਾਓ ਨਾ, ਛੁਪਾਓ ਨਾ। ਜੇ ਤੁਸੀਂ ਅੱਜ ਛੁਪਾਓਗੇ ਤਾਂ ਤੁਹਾਡੇ ਨਾਲ ਕੱਲ੍ਹ ਨੂੰ ਹੋਰ ਵਰਕਰਸ ਨਾਲ ਵੀ ਇਹ ਸਿਚੁਏਸ਼ਨਸ ਆਉਣਗੀਆਂ। ਜਿਹੜੇ ਵਰਕ ਪਰਮਿਟ ਹੋਲਡਰਸ ਨੇ, ਜਿਨ੍ਹਾਂ ਦਾ ਇਸ ਵਕਤ ਥੋੜ੍ਹਾ ਜਿਹਾ ਲੇ ਆਫ ਦਾ ਟਾਈਮ ਪੀਰੀਅਡ ਚੱਲ ਰਿਹਾ, ਜਾਂ ਉਹਨਾਂ ਨੂੰ ਪਾਰਟ ਟਾਈਮ ਜੌਬ ਇਸ ਵਕਤ ਮਿਲ ਰਹੀ ਹੈ, ਜਿਹੜੇ ਆਪਦੇ ਕੰਮ ਦੇ ਵਿੱਚ ਉਹ ਪਾਰਟ ਟਾਈਮ ਵਰਕ ਕਰ ਰਹੇ ਨੇ, ਕਿ ਉਹਨਾਂ ਦਾ ਇਹ ਟਾਈਮ ਪੀਰੀਅਡ ਉਹਨਾਂ ਦੇ ਐਕਸਪੀਰੀਅੰਸ ਦੇ ਵਿੱਚ ਕਾਊਂਟ ਹੋਏਗਾ ਜਾਂ ਨਹੀਂ ਹੋਏਗਾ? ਇਟ ਡਿਪੈਂਡਸ, ਲਾਈਕ ਤੁਸੀਂ ਕਿਹੜੀ ਕੈਟੇਗਰੀ ਦੀ ਗੱਲ ਕਰ ਰਹੇ ਹੋ? ਆਰ ਯੂ ਆਸਕਿੰਗ ਅਬਾਊਟ ਦੀ ਪ੍ਰੋਵਿੰਸ਼ੀਅਲ ਨੋਮੀਨੀ ਔਰ ਐਕਸਪ੍ਰੈਸ ਐਂਟਰੀ? ਦੇ ਵਿੱਚ ਜੋ ਵੀ ਆਪਣਾ ਵਰਕ ਐਕਸਪੀਰੀਅੰਸ ਉਹ ਕਰਨਗੇ, ਜੌਬ ਕਰਨਗੇ, ਉਹ ਕਾਊਂਟ ਤਾਂ ਹੋਏਗਾ ਹੀ ਜੋ ਆਪਾਂ ਕੰਮ ਕੀਤਾ। ਜੇ ਉਹ ਆਪਾਂ ਪਾਰਟ ਟਾਈਮ ਕੰਮ ਕਰਦੇ ਹਾਂ ਤਾਂ ਉਹ ਐਜ਼ ਏ ਉਹਨਾਂ ਦਾ ਆਵਰਸ ਘੱਟ ਕਾਊਂਟ ਹੋਣਗੇ। ਪਾਰਟ ਟਾਈਮ ਉਹਨਾਂ ਨੂੰ ਜ਼ਿਆਦਾ ਸਮਾਂ ਲਗਾਉਣਾ ਪਵੇਗਾ, ਉਹਨਾਂ ਨੂੰ ਵਰਕ ਐਕਸਪੀਰੀਅੰਸ ਪੂਰਾ ਕਰਨ ਲਈ ਜੋ ਵੀ ਰਿਕੁਆਇਰਮੈਂਟ ਹੈਗੀ ਹੈ ਸਟਰੀਮ ਦੇ ਵਿੱਚ, ਅਤੇ ਬਟ ਇਟ ਵਿਲ ਬੀ ਕਾਊਂਟਡ ਲਾਈਕ ਦੈਟ। ਜੇ ਉਹ ਕੰਮ ਨਹੀਂ ਕਰ ਰਹੇ, ਉਹ ਬੈਨੀਫਿਟ ਲੈ ਰਹੇ ਨੇ ਗੌਰਮੈਂਟ ਤੋਂ ਘਰੇ ਬੈਠੇ, ਦੈਨ ਇਟ ਵੋਂਟ ਬੀ ਕਾਊਂਟਡ। ਦੇ ਡਰਾ ਦੇ ਵਿੱਚ ਬਹੁਤ ਹਿਊਜ ਜਿਹੜਾ ਉਛਾਲ ਦੇਖਣ ਨੂੰ ਮਿਲਿਆ ਵਾ। 431 ਤੋਂ ਸਿੱਧਾ 476 478 ਦੇ ਨਜ਼ਦੀਕ ਜਿਹੜਾ ਇਹ ਡਰਾ ਗਿਆ। ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਪਹਿਲਾਂ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੈਂ ਪੁੱਛਣਾ, ਮੇਰਾ ਸਵਾਲ ਇਮੀਗ੍ਰੇਸ਼ਨ ਦੇ ਵਿੱਚ ਹੈਗਾ ਸੀ। ਜਿਹੜੀ LMI ਹੈਗੀ ਹੈ ਬਰੈਂਪਟਨ ਵਾਸਤੇ, LMI ਦੀ ਕੀ ਰਿਕੁਆਇਰਮੈਂਟ ਹੈਗੀ ਹੈ? ਔਰ ਨੰਬਰ 2, ਅਗਰ ਕਿਸੇ ਕੋਲ 10 ਸਾਲ ਦਾ ਵੀਜ਼ਾ ਲੱਗਿਆ, ਕੀ ਉਹ ਇਸ ਵੇਲੇ ਕੈਨੇਡਾ ਆ ਸਕਦਾ ਹੈ? ਜਿਹਦੇ ਕੋਲ 10 ਸਾਲ ਦਾ ਵੀਜ਼ਾ ਲੱਗਿਆ ਉਹ ਕੈਨੇਡਾ ਇਸ ਵਕਤ ਆ ਸਕਦਾ ਕਿ ਨਹੀਂ? ਤੁਹਾਡੀ ਆਵਾਜ਼ ਕੱਟੀ ਗਈ ਸੀ ਬਾਈ ਜੀ, ਸੌਰੀ। ਸਰ, ਇੱਕ ਤਾਂ ਪੁੱਛ ਰਹੇ ਨੇ ਕਿ ਬਰੈਂਪਟਨ ਦੇ ਵਿੱਚ LMIA ਲਈ ਅਪਲਾਈ ਕਰਨਾ ਹੋਵੇ ਕੀ ਰਿਕੁਆਇਰਮੈਂਟਸ ਨੇ, ਤੇ ਦੂਸਰਾ ਜਿਨ੍ਹਾਂ ਕੋਲ ਇਸ ਵਕਤ ਕੈਨੇਡਾ ਦਾ 10 ਸਾਲ ਦਾ ਵੀਜ਼ਾ ਹੈ, ਕੀ ਉਹ ਕੈਨੇਡਾ ਇਸ ਵਕਤ ਆ ਸਕਦੇ ਨੇ, ਵਿਜ਼ਿਟ ਕਰ ਸਕਦੇ ਨੇ? ਇਹੀ ਹੈ ਨਾ ਜੀ ਤੁਹਾਡਾ ਸਵਾਲ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਜੀ ਸਰ। ਹਾਂਜੀ, ਫਸਟ ਆਫ ਆਲ ਜੇ LMIA ਲਈ ਅਪਲਾਈ ਕਰਨਾ ਹੈ ਤਾਂ ਉਹ ਮੋਸਟਲੀ ਇੰਪਲੋਇਰ ਅਪਲਾਈ ਕਰਦੇ ਨੇ ਜਿਨ੍ਹਾਂ ਨੂੰ ਵਰਕਰ ਨਹੀਂ ਮਿਲਦੇ, ਵਰਕਰ ਦੀ ਸ਼ਾਰਟੇਜ ਹੁੰਦੀ ਆ, ਅਤੇ ਦੇਅਰ ਆਰ ਮੈਨੀ ਰਿਕੁਆਇਰਮੈਂਟਸ ਡਿਪੈਂਡਿੰਗ ਅਪੋਨ ਦੀ ਬਿਜ਼ਨਸ। ਅਤੇ ਜਿਹੜਾ ਉਹਨਾਂ ਦਾ ਨੈਕਸਟ ਕੁਐਸਚਨ ਹੈਗਾ ਕਿ ਕਿਸੇ ਦਾ ਮਲਟੀਪਲ 10 ਸਾਲ ਦਾ ਵੀਜ਼ਾ ਲੱਗਿਆ ਅਤੇ ਉਹ ਇਮੀਡੀਏਟ ਫੈਮਿਲੀ ਮੈਂਬਰਸ ਹੈਗੇ ਨੇ, ਅਤੇ ਉਹ ਆ ਸਕਦੇ ਨੇ ਅਕੋਰਡਿੰਗ ਟੂ ਜੇ ਐਗਜ਼ੈਂਪਸ਼ਨਸ ਉਹਨਾਂ 'ਤੇ ਲਾਗੂ ਹੁੰਦੀ ਹੈ, ਉਹ ਆ ਸਕਦੇ ਨੇ। ਅਦਰਵਾਈਜ਼ ਜੀ ਬਿਲਕੁਲ। ਤੇ ਸਰ, ਅਸੀਂ ਗੱਲ ਕਰ ਰਹੇ ਸੀ ਇਸ ਵਕਤ ਜਿਹੜਾ ਇਮੀਗ੍ਰੇਸ਼ਨ ਦਾ ਡਰਾ ਨਿਕਲਿਆ ਕੈਨੇਡਾ ਐਕਸਪ੍ਰੈਸ ਐਂਟਰੀ ਦਾ, ਲਗਭਗ 431 ਤੋਂ ਸਿੱਧਾ ਹੀ 476 478 ਦੇ ਨਜ਼ਦੀਕ ਗਿਆ। ਕਈਆਂ ਨੂੰ ਇਸ ਵਾਰ ਬਹੁਤ ਉਮੀਦ ਸੀ ਕਿ ਜੇ 431 ਤੇ ਆ ਗਿਆ ਤਾਂ ਨੈਕਸਟ ਜਿਹੜਾ ਡਰਾ ਹੋਏਗਾ ਉਹ 428 ਜਾਂ 427 ਦੇ ਨਜ਼ਦੀਕ ਹੋਏਗਾ। ਇੱਕਦਮ ਇੰਨਾ ਜ਼ਿਆਦਾ ਉਛਾਲ ਕਿਉਂ ਆਇਆ? Yeah, that's very I was also thinking like it's going to drop down more, but the thing is ਕਿ ਉਹ ਜਿੱਦਾਂ ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਉਹ ਫੋਕਸ ਕਰ ਰਹੇ ਸੀਗੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਨੂੰ ਮੇਨਲੀ ਪਹਿਲਾਂ ਕੈਨੇਡੀਅਨ ਗਵਰਨਮੈਂਟ, ਬਿਕਾਜ਼ ਦੇ ਨਿਊ ਦੈਟ ਦੇਰ ਆਰ ਟਰੈਵਲ ਰਿਸਟ੍ਰਿਕਸ਼ਨਸ, ਅਤੇ ਜੇ ਉਹ ਉਹਨਾਂ ਨੂੰ ਡਰਾ ਭੇਜਦੀ ਵੀ ਹੈਗੇ ਤਾਂ ਉਹ ਆ ਨਹੀਂ ਸਕਦੇ। ਸਾਰਾ ਕੁਛ ਇੰਨਾ ਟੈਂਸ ਬੰਦ, ਲੋਕਡਾਊਨਸ ਹੋ ਸੀਗੇ, ਰਾਈਟ? ਅਤੇ ਨਾ ਉਹ ਸਾਰਾ ਕੁਝ ਓਪਨ ਹੋ ਰਿਹਾ, ਨੋਰਮਲ ਹੋ ਰਿਹਾ ਸਾਰਾ, ਜਿੱਦਾਂ ਇੰਡੀਆ 'ਚ ਵੀ ਦੇਖਿਆ ਆਪਾਂ, ਸਾਰਾ ਕੁਛ ਹੁਣ ਖੁੱਲ੍ਹ ਰਿਹਾ ਦੁਬਾਰਾ। ਅਤੇ ਉਹਨਾਂ ਨੇ ਹੁਣ ਜਿਹੜਾ ਡਰਾ ਕੱਢਿਆ, ਇਹ ਫੈਡਰਲ ਸਕਿਲਡ ਵਰਕਰਸ ਜਿਹੜੇ ਆਊਟ ਆਫ ਕੈਨੇਡਾ, ਉਹਨਾਂ ਨੂੰ ਟਾਰਗੇਟ ਕਰਕੇ ਇਹ ਡਰਾ ਓਪਨ ਕੀਤਾ ਗਿਆ। ਅਤੇ ਉਹ ਕੰਪੈਰੇਟਿਵਲੀ ਜਦੋਂ ਦੇਖਿਆ, ਉਹ ਕੈਂਡੀਡੇਟਸ ਦੇ ਸਕੋਰ ਕਾਫੀ ਜ਼ਿਆਦਾ ਸੀਗੇ, ਕੰਪੀਟੀਸ਼ਨ ਬਹੁਤ ਸੀਗਾ, ਇਸ ਕਰਕੇ ਜਿਹੜਾ ਸਕੋਰ ਇਹ ਜ਼ਿਆਦਾ ਦੇਖਣ ਨੂੰ ਮਿਲਿਆ।
ਤੇ ਜੇ ਉਹ ਫੋਰਨ ਸਕਿੱਲਡ ਵਰਕਰਸ ਨੂੰ ਟਾਰਗੇਟ ਕਰਦੇ ਹਨ ਫਿਊਚਰ ਡਰਾਸ ਦੇ ਵਿੱਚ, ਵਿਲ ਸੀ ਦੈਟ ਟ੍ਰੈਂਡ ਅਰਾਊਂਡ 470 ਮਾਰਕ। ਸਰ ਹੁਣ ਦੇਖ ਰਹੇ ਸੀ ਅਸੀਂ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਤੇ ਹੀ ਡਰਾਸ ਨਿਕਲ ਰਹੇ ਸੀ, ਕੀ ਹੁਣ ਇਸ ਤੋਂ ਬਾਅਦ ਆਉਣ ਵਾਲੇ ਸਮੇਂ ਵਿੱਚ ਇਹ ਐਕਸਪੈਕਟ ਕਰ ਸਕਦੇ ਹਾਂ ਕਿ ਹੁਣ ਇਸ ਤੋਂ ਬਾਅਦ ਪੁਆਇੰਟਸ ਨੀਚੇ ਜਾਣ ਦੀ ਉਮੀਦ ਬਹੁਤ ਘੱਟ ਹੈ? We can never say that in regards to that, but ਬਿਲਕੁਲ ਆਪਾਂ ਇੱਕ ਪਹਿਲਾਂ ਕਾਲਰ ਜੁੜ ਗਏ ਨੇ, ਉਹਨਾਂ ਦਾ ਅਸੀਂ ਸਵਾਲ ਲੈ ਲਈਏ। ਹੈਲੋ ਤਰਨਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਟੀਵੀ ਸਕਰੀਨ ਦੀ ਆਵਾਜ਼ ਥੋੜੀ ਜਿਹੀ ਘੱਟ ਕਰ ਦਿਓ ਜੀ, ਟੀਵੀ ਦੀ ਆਵਾਜ਼ ਘਟਾ ਦਿਓ। ਓਕੇ ਮੈਡਮ, ਓਕੇ ਮੈਡਮ। ਹਾਂਜੀ ਮੈਂ ਮੈਡਮ USA ਤੋਂ ਬੋਲ ਰਹੀ ਹਾਂ ਜੀ। ਇਹ ਮੇਰੀ ਬੇਟੀ ਹੈ ਬ੍ਰੈਂਪਟਨ ਜੀ। ਉਹਨੇ ਮੈਨੂੰ ਮਤਲਬ ਸਪਾਂਸਰ ਕੀਤਾ ਸੀ, ਮੇਰਾ ਮਤਲਬ ਪੇਪਰ ਟਰੈਵਲਿੰਗ ਪੇਪਰ ਆ ਗਏ ਸੀ ਫਰਵਰੀ 'ਚ, ਪਰ ਕੋਵਿਡ ਕਰਕੇ ਹਮ ਟਰੈਵਲ ਨਹੀਂ ਕਰ ਸਕੇ ਤੇ ਹੁਣ 31 ਜੁਲਾਈ ਨੂੰ ਉਹ ਮੇਰਾ ਖਤਮ ਹੋ ਰਿਹਾ ਹੈ। ਤੇ ਕੀ ਐਕਸਟੈਂਸ਼ਨ ਮਤਲਬ ਕੋਵਿਡ ਦੇ ਹਿਸਾਬ ਨਾਲ 4 ਮਹੀਨੇ 6 ਮਹੀਨੇ ਦੇ ਹਿਸਾਬ ਨਾਲ ਮਿਲ ਸਕਦੀ ਹੈ, ਕੀ ਹਿਸਾਬ ਹੈ ਇਹਦਾ? ਜੀ ਰਮਨ ਜੀ, ਤੁਹਾਨੂੰ ਸਵਾਲ ਸੁਣ ਗਿਆ ਜਾਂ ਮੈਂ ਰਿਪੀਟ ਕਰਾਂ? ਪਲੀਜ਼ ਰਿਪੀਟ। ਇਹਨਾਂ ਦਾ ਕਹਿਣਾ ਹੈ ਕਿ ਮੈਮ 1 ਮਿੰਟ ਹੋਲਡ ਤੇ ਰਹੋ ਤੁਸੀਂ ਨਾਲ ਹੀ। ਇਹ USA ਤੋਂ ਬੋਲ ਰਹੇ ਨੇ ਜੀ, ਇਹਨਾਂ ਦੀ ਬੇਟੀ ਬਰੈਂਪਟਨ ਦੇ ਵਿੱਚ ਹੈ। ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਵੀਜ਼ਾ ਮਿਲਿਆ ਸੀਗਾ ਕੈਨੇਡਾ ਦਾ, ਜੋ ਕਿ ਹੁਣ 31 ਜੁਲਾਈ ਨੂੰ ਖਤਮ ਹੋਣ ਜਾ ਰਿਹਾ, ਜਿਸ ਕਰਕੇ ਉਹ ਟਰੈਵਲ ਨਹੀਂ ਕਰ ਪਾਏ ਕੋਵਿਡ ਦੇ ਕਰਕੇ। ਸੋ ਪੁੱਛ ਰਹੇ ਨੇ ਕਿ ਇਹਨਾਂ ਦਾ ਵੀਜ਼ਾ ਅੱਗੇ ਐਕਸਟੈਂਡ ਹੋ ਜਾਏਗਾ ਜਾਂ ਕੀ ਸਿਸਟਮ ਹੋਏਗਾ, ਇਹਨਾਂ ਨੂੰ ਅੱਗੇ ਕੀ ਕਰਨਾ ਚਾਹੀਦਾ ਆ? ਮੈਡਮ ਵੀਜ਼ਾ ਨਹੀਂ ਹੈ, ਹਾਂਜੀ PR ਦੇ ਪੇਪਰ ਨੇ, PR ਦੇ ਪੇਪਰ ਨੇ ਮੈਡਮ। PR ਦੇ ਪੇਪਰ ਲਗਾਏ ਨੇ ਉਹਨਾਂ ਨੇ? ਨਹੀਂ ਮੈਡਮ, PR ਹੀ ਆਈ ਹੈ, ਪਰਮਾਨੈਂਟ ਰੈਜ਼ੀਡੈਂਸ ਲਈ ਮੈਂ ਟਰੈਵਲ ਕਰਨਾ ਸੀ 31 ਜੁਲਾਈ ਸੀ ਮੇਰੀ ਮਤਲਬ ਐਂਡ ਜੀ। PR ਦੇ ਲਈ ਇਹਨਾਂ ਨੇ ਜੀ ਟਰੈਵਲ ਕਰਨਾ ਸੀ, 31 ਜੁਲਾਈ ਇਹਨਾਂ ਦੀ ਐਂਡ ਡੈਡਲਾਈਨ ਹੈ। ਸੋ ਇਹਦੇ ਬਾਰੇ ਪੁੱਛ ਰਹੇ ਨੇ ਕਿ ਕੀ ਕਰਨ, ਕਿਉਂਕਿ ਕੋਵਿਡ ਦੇ ਕਰਕੇ ਸ਼ਾਇਦ ਟਰੈਵਲ ਨਹੀਂ ਕਰ ਪਾ ਰਹੇ ਇਹ। In regards to that, there are very ਇਹਨਾਂ ਨੂੰ yes sure ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਜੀ ਬਿਲਕੁਲ, ਇੱਕ ਦਰਸ਼ਕ ਸਰ ਨਾਲ ਹੀ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂ ਸਰੀ ਤੋਂ ਬੋਲ ਰਹੀ ਹਾਂ ਜੀ ਸਰ, ਕੀ ਸਵਾਲ ਹੈ ਤੁਹਾਡਾ? ਮੈਮ ਮੈਂ ਨਾ ਜਿੱਦਾਂ ਕਿ ਓਪਨ ਹਾਊਸ ਵਰਕ ਪਰਮਿਟ ਅਪਲਾਈ ਕੀਤਾ ਹੋਇਆ ਮੇਰਾ, ਮੇਰੇ ਬਾਇਓਮੈਟ੍ਰਿਕ ਨਹੀਂ ਹੋਏ ਸੀਗੇ। ਜਿੱਦਾਂ ਕਿ ਹੁਣ ਕਹਿੰਦੇ ਵੀ ਬਾਇਓਮੈਟ੍ਰਿਕ ਨਹੀਂ ਹੋਣਗੇ, ਮੇਰਾ ਵੀਜ਼ਾ ਆਪਣੇ ਆਪ ਆ ਜਾਏਗਾ ਕਿ ਕੁਝ ਹੋਰ ਵੀ ਪ੍ਰੋਸੈਸ ਅੱਗੇ ਹੋਏਗਾ? ਕੁਝ ਇਦਾਂ ਦਾ ਦੱਸ ਸਕਦੇ ਹੋ ਸਰ? ਜੀ ਰਮਨ ਜੀ, ਕੁਝ ਪੁੱਛਣਾ ਜਾਂ ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ? Yeah, we can answer ਤੁਸੀਂ ਟੀਵੀ that. ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਇੱਕ ਕਾਲਰ ਹੋਰ ਜੁੜ ਗਏ ਨੇ, ਉਹਨਾਂ ਦਾ ਵੀ ਸਵਾਲ ਲੈ ਲਈਏ। ਹੈਲੋ ਹਾਂਜੀ ਤਰਨਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਕਿੱਥੋਂ ਬੋਲ ਰਹੇ ਹੋ ਸਰ? ਥੈਂਕ ਯੂ ਜੀ, ਮੈਂ ਬਰੈਂਪਟਨ ਤੋਂ ਬੋਲ ਰਿਹਾ, ਦਵਿੰਦਰ ਸਿੰਘ ਜੀ। ਜੀ ਮੇਰਾ ਰਮਨ ਜੀ ਨੂੰ ਇੱਕ ਸਵਾਲ ਸੀਗਾ। ਅਸੀਂ ਇੱਥੇ ਦੋਨੋਂ ਭੈਣ ਭਾਈ ਸਿਟੀਜ਼ਨ ਆ। ਸਾਡਾ ਇੱਕ ਬ੍ਰਦਰ ਦੀ ਏਜ 55 ਸਾਲ, ਉਹ ਇੰਡੀਆ ਦੇ ਵਿੱਚ ਹੀ ਰਹਿੰਦੇ ਨੇ। ਥੋੜਾ ਜਿਹਾ ਦਿਮਾਗੀ ਤੌਰ ਤੋਂ ਸਿੱਧਰੇ ਨੇ ਉਹ, ਬਟ ਫਿਜ਼ੀਕਲੀ ਫਿਟ ਨੇ ਜੀ। ਤਾਂ ਕੀ ਅਸੀਂ ਉਹਨਾਂ ਦਾ ਇੱਥੇ ਅਪਲਾਈ ਕਰ ਸਕਦੇ ਹਾਂ? ਉਹਨਾਂ ਨੂੰ ਇੱਥੇ ਬੁਲਾਉਣ ਵਾਸਤੇ ਕੈਨੇਡਾ ਪਰਮਾਨੈਂਟਲੀ ਤੁਸੀਂ ਚਾਹੁੰਦੇ ਹੋ PR ਬੇਸ ਤੇ? ਜੀ ਜੀ, ਉੱਥੇ ਉਹਨਾਂ ਦੀ ਕੇਅਰ ਕਰਨ ਲਈ ਕੋਈ ਨਹੀਂ ਹੈਗਾ ਜੀ। ਓਕੇ ਰਮਨ ਜੀ, ਆਪਾਂ ਇਹਨਾਂ ਨੂੰ ਕੁਝ ਪੁੱਛਣਾ ਜਾਂ ਆਨਸਰ ਦਈਏ? No, we are ready ਤੁਸੀਂ to go, ਆਨਸਰ ਸੁਣ ਸਕਦੇ ਹੋ ਜੀ। ਟੀਵੀ ਸਕਰੀਨ ਤੇ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਸਰ ਆਪਾਂ ਪਹਿਲਾਂ ਮੈਮ ਦਾ ਸਵਾਲ ਦਾ ਆਨਸਰ ਦੇ ਦਈਏ, ਜਿਨ੍ਹਾਂ ਦਾ ਕਹਿ ਰਹੇ ਸੀ 31 ਜੁਲਾਈ ਨੂੰ ਉਹਨਾਂ ਦੀ PR ਦੇ ਲਈ ਜੋ ਇਸ ਵਕਤ ਆਇਆ ਹੋਇਆ ਸੀ ਡੈਡਲਾਈਨ ਹੈ, ਤੇ ਉਹ ਕੀ ਕਰ ਸਕਦੇ ਨੇ? Okay, in regards to that, there are very clear instructions by the IRCC that ਕਿ ਜਿਨ੍ਹਾਂ ਦਾ PR ਵੀਜ਼ਾ ਇਸ਼ੂ ਹੋਇਆ ਵਾ ਤੇ ਉਹ ਟਰੈਵਲ ਨਹੀਂ ਕਰ ਸਕਦੇ, ਤੇ ਦੇ ਮਸਟ ਅਪਡੇਟ them and ਉਹਨਾਂ ਨੂੰ ਵੈਬ ਫਾਰਮ ਦੇ ਰਾਹੀਂ ਅਪਡੇਟ ਕਰਨਾ ਪਵੇਗਾ IRCC ਨੂੰ। ਤੇ ਜਦੋਂ ਹੀ ਫਿਰ ਉਹ ਟਰੈਵਲ ਕਰ ਸਕਦੇ ਹਨ, ਜਸਟ ਇਨਫੋਰਮ them ਤੇ ਉਹਨਾਂ ਨੂੰ ਵੀਜ਼ਾ ਦੁਬਾਰਾ ਇਸ਼ੂ ਕਰ ਦਿੱਤਾ ਜਾਵੇ ਜੀ। ਸੋ ਸਰੀ ਤੋਂ ਕਾਲ ਆਈ ਸੀ, ਉਹਨਾਂ ਦਾ ਕਹਿਣਾ ਸੀਗਾ ਕਿ ਉਹਨਾਂ ਨੇ ਓਪਨ ਸਪਾਊਸ ਵਰਕ ਪਰਮਿਟ ਲਈ ਅਪਲਾਈ ਕੀਤਾ ਸੀ, ਅਜੇ ਤੱਕ ਉਹਨਾਂ ਦੇ ਬਾਇਓਮੈਟ੍ਰਿਕਸ ਨਹੀਂ ਹੋਏ ਹੈਗੇ। ਕੀ ਉਹਨਾਂ ਨੂੰ ਵੀਜ਼ਾ ਆਪਣੇ ਆਪ ਆ ਜਾਏਗਾ ਜਾਂ ਅੱਗੇ ਕੀ ਪ੍ਰੋਸੈਸ ਹੋ ਸਕਦਾ ਹੈ? sorry, it was permanent sponsorship or the open work permit? spouse work permit, open work permit spouse ਦਾ। ਓਕੇ, ਜੇ ਉਹਨਾਂ ਨੇ ਪਹਿਲਾਂ ਅਪਲਾਈ ਕੀਤਾ ਹੋਇਆ, ਬਾਇਓਮੈਟ੍ਰਿਕਸ ਦੀ ਫੀਸ ਭਰੀ ਹੋਈ ਹੈ, ਉਹਨਾਂ ਨੂੰ ਲੈਟਰ ਆ ਚੁੱਕਾ ਹੈ ਬਾਇਓਮੈਟ੍ਰਿਕਸ ਦਾ, ਆਈ ਗੈਸ ਸੀ ਕਿ ਉਹਨਾਂ ਨੂੰ ਬਾਇਓਮੈਟ੍ਰਿਕਸ ਕਰਵਾਉਣਾ ਪਵੇਗਾ। ਬਟ ਇਟ ਡਿਪੈਂਡਸ ਅਗੇਨ, ਉਹਨਾਂ ਨੂੰ ਉਹ ਅਲਾਓ ਕਰ ਵੀ ਸਕਦੇ, ਡਿਪੈਂਡਸ ਔਨ ਦੀ ਵੀਜ਼ਾ ਆਫਿਸਰ, ਇਫ ਉਹ ਸਟਿਲ ਬਾਇਓਮੈਟ੍ਰਿਕਸ ਦੀ ਵੇਟ ਕਰ ਰਹੇ ਆ ਜਾਂ ਉਹਦੇ ਪ੍ਰੋਸੈਸ ਕਰ ਦੇਣਗੇ। ਬਟ ਅਕੋਰਡਿੰਗ ਟੂ ਜਿਹੜਾ ਉਹਨਾਂ ਦੇ ਇੰਸਟਰਕਸ਼ਨਸ ਆਈਆਂ ਨੇ, ਤੇ ਹੁਣ ਉਹ ਐਗਜ਼ੈਂਪਸ਼ਨ ਮਿਲ ਰਹੀ ਹੈਗੀ ਹੈ ਜੀ। ਬਿਲਕੁਲ। ਤੇ ਨੈਕਸਟ ਸੀ ਬਰੈਂਪਟਨ ਤੋਂ, ਉਹਨਾਂ ਦਾ ਕਾਲ ਸੀ ਕਿ ਉਹਨਾਂ ਦਾ ਬ੍ਰਦਰ ਸਿਸਟਰ ਦੋਵੇਂ ਇੱਥੇ ਸਿਟੀਜ਼ਨ ਨੇ। ਉਹਨਾਂ ਦਾ 55 ਇਅਰਸ ਦਾ ਇੱਕ ਬ੍ਰਦਰ ਹੈ ਜੋ ਕਿ ਥੋੜੇ ਮੈਂਟਲੀ ਅਪਸੈਟ ਨੇ, ਤੇ ਉਹ ਇੰਡੀਆ ਵਿੱਚ ਰਹਿ ਰਹੇ ਨੇ। PR ਬੇਸ ਤੇ ਕਿਸੇ ਤਰੀਕੇ ਨਾਲ ਕੀ ਉਹਨਾਂ ਨੂੰ ਇੱਥੇ ਬੁਲਾ ਸਕਦੇ ਨੇ? ਪਿੱਛੇ ਉਹਨਾਂ ਦੀ ਦੇਖਭਾਲ ਲਈ ਕੋਈ ਨਹੀਂ ਹੈ। Okay, in contrast to that, there is a particular scenario ਜਿਹਦੇ ਅੰਡਰ ਤੁਸੀਂ ਆਪਦੇ ਬਲੱਡ ਰਿਲੇਟਿਵਸ ਨੂੰ, ਬ੍ਰਦਰਸ ਨੂੰ ਅਪਲਾਈ ਕਰ ਸਕਦੇ ਹੋ। ਡਿਪੈਂਡ ਕਰਦਾ ਕਿ ਉੱਥੇ ਤੁਹਾਡਾ ਕੋਈ ਰਿਲੇਟਿਵ ਇਮੀਡੀਏਟ ਫੈਮਿਲੀ ਮੈਂਬਰ ਹੈਗਾ ਉਹਨਾਂ ਦੀ ਟੇਕ ਕੇਅਰ ਕਰਨ ਲਈ ਜਾਂ ਨਹੀਂ ਹੈਗਾ।
ਸੋ ਇਟ ਆਲ ਡਿਪੈਂਡਸ। ਸੋ ਇਹਦੇ ਰਿਗਾਰਡਿੰਗ ਬੈਟਰ ਆਂਸਰ ਦੇਣ ਲਈ ਮੈਨੂੰ ਡੀਟੇਲ ਇਨਫੋਰਮੇਸ਼ਨ ਚਾਹੀਦੀ ਹੋਊਗੀ। So I guess you can visit our office or call our office to get the better answer and ਜੀ ਬਿਲਕੁਲ। ਤੇ ਸਰ ਹੁਣ ਲਗਭਗ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਪਰ ਤੁਸੀਂ ਇਸ ਵਕਤ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ? ਤੇ ਸਭ ਤੋਂ ਪਹਿਲਾਂ ਮੈਂ ਜ਼ਰੂਰ ਪੁੱਛਣਾ ਚਾਹੂੰਗੀ, ਜੇਕਰ ਦਰਸ਼ਕ ਤੁਹਾਨੂੰ ਕੰਟੈਕਟ ਕਰਨਾ ਚਾਹੁੰਦੇ ਨੇ, ਕੀ ਆਫਿਸਸ ਤੁਹਾਡੇ ਓਪਨ ਹੋ ਚੁੱਕੇ ਨੇ, ਪਰਸਨਲੀ ਮੀਟ ਕਰ ਸਕਦੇ ਨੇ, ਜਾਂ ਫਿਰ ਫੋਨ ਦੇ ਜ਼ਰੀਏ ਹੀ ਇੰਟਰਵਿਊ ਕੀਤੀ ਜਾਏਗੀ? no, our office is open and they can visit our office anytime from Monday to Friday between 10 a.m. to 5 p.m. ਤੇ ਉਹ ਫੋਨ ਤੇ ਆਫਟਰ ਆਵਰਸ ਵੀ ਕਾਲ ਕਰ ਸਕਦੇ ਨੇ, ਨਾਟ ਟੂ ਲੇਟ, ਜਸਟ ਵਿਦਨ ਅ ਰੀਜ਼ਨੇਬਲ ਟਾਈਮ। ਤੇ ਜੋ ਵੀ ਉਹਨਾਂ ਦਾ ਕੋਈ ਵੀ ਕੁਐਸਚਨ ਹੈ, ਵੀ ਆਰ ਰੈਡੀ ਟੂ ਆਨਸਰ ਐਂਡ ਹੈਲਪ। ਜੀ ਬਿਲਕੁਲ। ਤੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ ਜੋ ਇਸ ਵਕਤ ਤੁਹਾਨੂੰ ਦੇਖ ਰਹੇ ਨੇ? So I just want to advise everybody that don't get panic. This is our unfortunate, unprecedented circumstances ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਪਹਿਲਾਂ ਨਹੀਂ ਹੋਈਆਂ ਹੁਣ ਹੋ ਰਹੀਆਂ ਨੇ। ਤੇ ਜੇ ਇਟਸ ਕਦੇ ਵੀ ਕੈਨੇਡੀਅਨ ਗਵਰਨਮੈਂਟ ਇੱਦਾਂ ਨਹੀਂ ਕਰਦੀ ਹੈਗੀ ਕਿ ਉਹ ਸਿਚੁਏਸ਼ਨਸ ਵਰਸ ਹੋ ਗਈਆਂ ਤੇ ਉਹਨਾਂ ਦਾ ਹਰਜਾਨਾ ਇਕੱਲਾ ਐਪਲੀਕੈਂਟਸ ਨੂੰ ਜਾਂ ਨਾਰਮਲ ਲੋਕਾਂ ਨੂੰ ਭੁਗਤਣਾ ਕਰਨਾ ਪਵੇ। ਤੇ ਇਸ ਲਈ ਜਿੱਦਾਂ ਸਿਚੁਏਸ਼ਨ ਚੇਂਜ ਹੋ ਰਹੀਆਂ ਨੇ, ਉੱਦਾਂ ਨਵੇਂ ਰੂਲਸ ਰੈਗੂਲੇਸ਼ਨਸ ਆ ਰਹੀਆਂ ਨੇ। ਸੋ ਦੇਅਰ ਇਜ਼ ਨਥਿੰਗ ਟੂ ਵਰੀ। ਸੋਚਦੇ ਆ ਕਈ ਕਿ ਇੱਦਾਂ ਆਪਣਾ ਪਤਾ ਨਹੀਂ ਹੁਣ ਪੀਆਰ ਹੋਊ ਕਿ ਨਹੀਂ, ਵਰਕ ਕੰਮ ਚੱਲਣਗੇ ਕਿ ਨਹੀਂ। ਸੋ ਐਵਰੀਥਿੰਗ ਇਜ਼ ਗੈਟਿੰਗ ਨਾਰਮਲ। ਹੌਲੀ ਸਾਰਾ ਕੁਝ ਠੀਕ ਹੋ ਰਿਹਾ ਤੇ ਜਸਟ ਫੋਕਸ ਔਨ ਦੇਅਰ ਜੋਬਸ। ਮੈਂ ਇਹੀ ਕਹਾਂ ਕਿ ਜੋ ਵੀ ਸਟੂਡੈਂਟਸ ਨੇ ਜਾਂ ਵਰਕ ਪਰਮਿਟਸ 'ਤੇ ਆਏ ਹੋਏ ਨੇ, ਜਸਟ ਕੀਪ ਫੋਕਸ ਔਨ ਦੇਅਰ ਜੋਬਸ ਕਰੀਅਰ। ਜਿੱਦਾਂ ਜੋਬਸ ਓਪਨਿੰਗ ਹੋ ਰਹੀਆਂ, ਅਪਲਾਈ ਕਰਨ ਜੋਬਸ ਲਈ ਤੇ ਆਪਦੀ ਐਕਸਪ੍ਰੈਸ ਐਂਟਰੀ ਪ੍ਰੋਫਾਈਲਸ ਬਣਾਉਣ, ਅਪਡੇਟ ਰੱਖਣ। ਜੇ ਕਿ ਉਹਨਾਂ ਦਾ ਕੋਈ ਐਕਸਪੀਰੀਅੰਸ ਐਡ ਹੁੰਦਾ ਤਾਂ ਮਸਟ ਅਪਡੇਟ ਦੇਅਰ ਪ੍ਰੋਫਾਈਲ। ਤੇ ਜਸਟ ਬੀ ਪੋਜ਼ਿਟਿਵ, ਐਵਰੀਥਿੰਗ ਵਿਲ ਬੀ ਗੈਟਿੰਗ ਨਾਰਮਲ, ਐਵਰੀਥਿੰਗ ਵਿਲ ਬੀ ਗੁੱਡ। ਬਿਲਕੁਲ ਜੀ, ਥੈਂਕ ਯੂ ਸੋ ਮਚ ਜੀ। ਤੁਸੀਂ ਕੱਢਿਆ ਤੇ ਸਾਡੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਤੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਸਾਨੂੰ ਅਪਡੇਸ਼ਨ ਦਿੱਤੀ। ਥੈਂਕ ਯੂ ਸੋ ਮਚ। Yeah, thanks for having me. ਸੋ ਇਹ ਸਨ ਜੀ ਰਮਨ ਧਾਲੀਵਾਲ ਫਰੋਮ ਪੈਨਜੀਆ ਇਮੀਗ੍ਰੇਸ਼ਨ, ਜਿਨ੍ਹਾਂ ਨੇ ਸਾਨੂੰ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਜਾਣਕਾਰੀ ਦਿੱਤੀ ਹੈ। ਸੋ ਤੁਸੀਂ ਕੋਈ ਵੀ ਇਸ ਵਕਤ ਭਰੋਸੇਮੰਦ ਕੰਸਲਟੈਂਟ ਦੀ ਤਲਾਸ਼ ਵਿੱਚ ਹੈਗੇ ਹੋ, ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਫੋਨ ਨੰਬਰ ਇੱਕ ਵਾਰ ਫਿਰ ਤੋਂ ਮੈਂ ਰਿਪੀਟ ਕਰ ਦਿੰਦੀ ਹਾਂ ਜੀ, 403 672 1313। ਇਸ ਨੰਬਰ ਤੇ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ, ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।